ਵਿਸਾਲਾ ਧਰੂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਬੈਠਿਓ ਗੁਰੂ ਜਾਨਤ ਸਕਲ ਪ੍ਰਸੰਗ। ਇਹ ਦੀਨੇ ਦਰਸ਼ਨ ਕਰਿਓ ਭਾ ਸੀਤਲ ਸਰਬੰਗ। ਸ੍ਰੀ ਅਰਜਨ ਬੈਠਿਓ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਹਲਤ ਪਲਤ ਕੇ ਰਖਿਅਕ दीन दुनी के सहायक पतत पावन भगत वछल कृपा सिंध सतगुरु शब्द गुरु धन 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 सतगुरु श्री गुरु ग्रंथ साहिब जी महाराज। सतगुरु जी की पावन पवित्र हजूरी अंदर सत संगत रूप अंदर जुड़ मिल बैठी सत्कारयोग साध संगत जी सतगुरु साहिब जी दे तरस सदका ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਦਾ ਨਿਗ ਮਾਨਣ ਦਾ ਸੁਭਾਗ ਸਮਾਂ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸ਼ਹੀਦਾਂ ਦੇ ਸਰਤਾਜ ਸਤਿਗੁਰੂ ਬਾਣੀ ਕੇ ਬੋਹਿਤ ਸਤਿਗੁਰੂ ਪੰਚਮ ਗੁਰਦੇਵ ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ इस पावन पवित्र अस्थान गुरुद्वारा श्री रामसर साहिब जी विखे सतगुरु जी दे शहीदी प्रसंग की जो कथा कल दे रोज तो आरंभ हुई है। आप सरबत संगतां ने कल दे दीवान अंदर महाकवि भाई संतोख सिंह जी तिन्हां दी रसना तो लिखत ग्रंथ श्री गुरप्रताप सूरज ग्रंथ दे अध्याय की कथा आप जी ने सरवण की कि किस प्रकार सतगुरु गुरु अर्जन देव साहिब सच्चे पातशाह महाराज जदों श्री तरन तारण साहिब वाले अस्थान उपर शोभायमान हैं उस वेले जहांगीर तो बागी आकी होया शहजादा खुसरो सतगुरु जी दे कोल आउंदा है। कुछ दिन रुकण दे बाद वो सतगुरु जी दे कोलों विदा हो के पश्चिम वाले पासे नूं चलिया जांदा है। पर इस घटना नूं चंदू दा एक खास आदमी लाहौर तक पहुँचा दिंदा है। चंदू नूं जा करके दसदा है कि जिस खुसरो नूं बादशाह ने अपने राज तो देश तो निकाला दे दिता है जिहदे बारे हुक्म कीता सी कि कोई भी इहदे नाल किसी प्रकार की सांझ ना रखे उस बागी बाद खुसरो नूं जिहड़ा है वो गुरु अर्जन देव महाराज जी ने पनाह शरण दिती है। जदों चंदू नूं इस गल का पता लगा क्योंकि चंदू
ਉਹ ਪਹਿਲਾਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਨ ਦੇ ਅੰਦਰ ਆਕਾਰਨੀ ਵੈਰ ਰੱਖ ਰਿਹਾ ਸੀ। ਆਪਾਂ ਕੱਲ ਇਹ ਸਰਵਣ ਕੀਤਾ। ਬਾਦਸ਼ਾਹ ਦੇ ਕੋਲ ਗਿਆ, ਵਧਾ ਚੜਾ ਕੇ ਬਾਦਸ਼ਾਹ ਨੂੰ ਸਤਿਗੁਰੂ ਦੇ ਪਰਥਾਏ ਉਹਨੇ ਬਹੁਤ ਮਾੜੇ ਬਚਨ ਕਹੇ ਔਰ ਆਪਣਾ ਅਸਰ ਰਸੂਖ ਵਰਤਦਿਆਂ ਹੋਇਆਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਇੱਕ ਸਰਕਾਰੀ ਪਰਵਾਨਾ ਬਾਦਸ਼ਾਹ ਦੇ ਦਸਤਖਾਂ ਦੇ ਹੇਠ ਲਿਖਵਾਇਆ ਹੈ ਔਰ ਇੱਕ ਮਨੁੱਖ ਸੱਦਿਆ ਹੈ ਆਪਣੇ ਰਾਜ ਦੇ ਵਿੱਚੋਂ ਜਿਹੜਾ ਉਹਨਾਂ ਦਾ ਨੌਕਰ ਹੈ, ਤੇ ਉਹਨੂੰ ਸੱਦ ਕਰਕੇ ਇਹ ਬਚਨ ਆਖੇ ਕਿ ਤੁਸਾਂ ਅੰਮ੍ਰਿਤਸਰ ਜਾਣਾ ਹੈ ਤੇ ਉੱਥੇ ਜਾ ਕੇ ਇਹ ਸਰਕਾਰੀ ਪਰਵਾਨਾ ਗੁਰੂ ਅਰਜਨ ਜੀ ਨੂੰ ਦੇਣਾ ਹੈ, ਤੇ ਨਾਲ ਚੰਦੂ ਜਿਹੜਾ ਕਿ ਭੈੜੀ ਖੋਟੀ ਮੱਤ ਵਾਲਾ ਹੈ ਇਹ ਹਦਾਇਤ ਕਰਦਾ ਹੈ ਵੀ ਉੱਥੇ ਜਾ ਕੇ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਨਰਮਾਈ ਨਹੀਂ ਵਰਤਣੀ, ਸਖਤੀ ਦੇ ਨਾਲ ਪੇਸ਼ ਆਉਣਾ ਹੈ, ਕਿਉਂਕਿ ਤੂੰ ਬਾਦਸ਼ਾਹ ਦਾ ਭੇਜਿਆ ਹੋਇਆ ਜਾ ਰਿਹਾ ਹੈ, ਤੇਰੇ ਕੋਲ ਅਧਿਕਾਰ ਹੈ, ਤੂੰ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆਂ ਬੜੇ ਸਖਤ ਬਚਨ ਜਿਹੜੇ ਹਨ ਉਹ ਅੰਮ੍ਰਿਤਸਰ ਜਾ ਕੇ ਗੁਰੂ ਦੇ ਹਜ਼ੂਰ ਜਾ ਕੇ ਵਰਤਣੇ ਹਨ। ਇਹ ਸਾਰਾ ਪ੍ਰਸੰਗ ਬਿਰਤਾਂਤ ਆਪ ਜੀ ਨੇ ਕੱਲ ਦੇ ਦੀਵਾਨ ਅੰਦਰ ਸਰਵਣ ਕੀਤਾ। ਆਓ ਜੋ ਅੱਜ ਦਾ ਜੋ ਸਾਰਾ ਪ੍ਰਸੰਗ ਹੈ, ਜੋ ਬਿਰਤਾਂਤ ਕਿ ਕਿਸ ਪ੍ਰਕਾਰ ਉਹ ਅਹਿਦੀਆ ਪਰਵਾਨਾ ਲੈ ਕਰਕੇ ਆਉਂਦਾ ਹੈ ਔਰ ਉਸ ਦੇ ਆਏ ਹੋਏ ਪਰਵਾਨੇ ਨੂੰ ਪੜਨ ਖੋਲਣ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਨਿਰਣਾ ਕਰਦੇ ਹਨ ਉਹਦੇ ਪਰਥਾਏ ਜੋ ਕਥਾ ਹੈ ਅੱਜ ਦੇ ਦੀਵਾਨ ਅੰਦਰ ਸਰਵਣ ਕਰਨ ਦਾ ਯਤਨ ਕਰੀਏ। ਜਿਤਨੇ ਸਰੀਰ ਆਪ ਦੀ ਜੁੜ ਬੈਠੇ ਹੋ ਬਾ ਅਦਬ ਸਾਹਿਬਾਨ ਨੂੰ ਸੀਸ ਝੁਕਾਈਏ, ਪਿਆਰ ਤੇ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਬੈਠਿਓ ਗੁਰੂ, ਜਾਣਤ ਸਗਲ ਪ੍ਰਸੰਗ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਿੱਖਾਂ ਦੇ ਪੰਜਵੇਂ ਸਤਿਗੁਰੂ ਗੁਰਤਾ ਗੱਦੀ ਪਰ ਸੁਭਾਏਮਾਨ ਹਨ ਔਰ ਸਤਿਗੁਰੂ ਜੀ ਸਰਬ ਕਲਾ ਕੇ ਗਿਆਤਾ ਹਨ। ਆਉਣ ਵਾਲੇ ਸਮੇਂ ਦੀ ਸਾਰੀ ਵਿਚਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਲੀ ਪ੍ਰਕਾਰ ਹੀ ਜਾਣਦੇ ਹਨ। ਅਹਦੀ ਨੇ ਦਰਸ਼ਨ ਕਰਿਓ, ਭਾ ਸੀਤਲ ਸਰਬੰਗ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਬਿਰਾਜਮਾਨ ਹਨ, ਤੇ ਇੱਥੇ ਹੀ ਸਤਿਗੁਰਾਂ ਦੇ ਕੋਲ ਉਹ ਅਹਿਦੀਆ ਜਿਹੜਾ ਕਿ ਚੰਦੂ ਦੀਵਾਨ ਨੇ ਭੇਜਿਆ ਹੋਇਆ ਪਰਵਾਨਾ ਦੇ ਕਰਕੇ ਉਹ ਸਾਹਿਬ ਜੀ ਦੇ ਦਰਬਾਰ ਵਿੱਚ ਆਇਆ ਹੈ। ਆ ਕਰਕੇ ਜਦੋਂ ਉਹਨੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਇਉਂ ਮਾਨੋ ਕਿ ਉਸ ਅਹਿਦੀਏ ਨੂੰ ਜਿਹੜਾ ਕਿ ਪਹਿਲੀ ਵਾਰ ਸਤਿਗੁਰਾਂ ਦੇ ਹਜ਼ੂਰ ਆ ਰਿਹਾ, ਸਰਕਾਰ ਦੀ ਨੌਕਰੀ ਕਰਦਾ ਹੈ, ਤੇ ਉਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਉਹਦੇ ਅੰਗ ਅੰਗ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਸ਼ੀਤਲਤਾ ਠੰਡਕ ਵਰਤ ਗਈ ਹੈ। ਚਾਓ ਪਈ ਲਿਖਿਓ ਸ਼ਾਹ ਕੋ ਧਰਿਓ ਅਗਾਰੀ। ਹੁਣ ਜਿਸ ਕਾਰਜ ਵਾਸਤੇ ਉਹ ਆਇਆ, ਜਿਹੜਾ ਪਰਵਾਨਾ ਲੈ ਕੇ ਆਇਆ ਹੈ, ਉਹ ਪਰਵਾਨਾ ਉਹ ਚਿੱਠੀ ਜਿਹੜੀ ਹੈ ਜਿਹੜੀ ਕਿ ਬਾਦਸ਼ਾਹ ਦੇ ਵੱਲੋਂ ਲਿਖੀ ਹੋਈ ਹੈ, ਉਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਰੱਖ ਦਿੱਤੀ ਹੈ। ਆਪ ਜੋਰ ਕਰ ਬੰਧਨ ਧਾਰੀ। ਜਦੋਂ ਚਿੱਠੀ ਰੱਖੀ ਹੈ ਸਤਿਗੁਰਾਂ ਨੂੰ, ਉਹਦੇ ਬਾਅਦ ਉਹਨੇ ਦੋਏ ਹੱਥ ਜੋੜ ਕਰਕੇ ਆਪ ਉਸ ਅਹਿਦੀਏ ਨੇ ਨਮਸਕਾਰ ਕੀਤੀ ਹੈ। ਦੇਖ ਸਰੂਪ ਸੁਭਾਵ ਵਿਸਾਲਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਉਹਨੇ ਸੁਭਾਵ ਤੱਕਿਆ, ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ। ਅਹਿਦੀ ਕਹਿ ਨਾ ਸਕਿਓ ਤਿਸ ਕਾਲਾ। ਜਦੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਉਹ ਅਹਿਦੀਆ ਪਰਵਾਨਾ ਲੈ ਕੇ ਆਉਣ ਵਾਲਾ ਕਰਦਾ ਹੈ, ਤੇ ਜਿਹੜੇ ਬਚਨ ਉਹਨੂੰ, ਜਿਹੜੇ ਬੋਲ ਉਹਨੂੰ, ਜਿਹੜੇ ਖੋਟੇ ਬੋਲ ਚੰਦੂ ਨੇ ਸਿਖਾ ਕੇ ਭੇਜਿਆ ਸੀ ਵੀ ਤੂੰ ਜਾ ਕੇ ਸਖਤੀ ਦੇ ਨਾਲ ਬੜੇ ਸਖਤ ਬਚਨ ਉੱਥੇ ਕਰਨੇ ਨੇ, ਉਹਨਾਂ ਸਿਖਾਏ ਹੋਏ ਬੋਲਾਂ ਦੇ ਵਿੱਚੋਂ ਇੱਕ ਵੀ ਬੋਲ ਜਿਹੜਾ ਉਹ ਅਹਿਦੀਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਾਹਮਣੇ ਨਾ ਵਰਤ ਸਕਿਆ। ਸਤਿਗੁਰ ਸੋ ਖੁਲਾਏ ਪਠਵਾਇਓ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਪਰਵਾਨਾ ਅਹਿਦੀਏ ਦਾ ਰੱਖਿਆ ਹੋਇਆ ਪਕੜਿਆ ਤੇ ਉਹਨੂੰ ਖੁਲਵਾ ਕੇ ਤੇ ਪੜਾਉਣਾ ਕੀਤਾ ਹੈ। ਧਨ 2 ਲੱਖ ਸ਼ਾਹੋ ਮੰਗਵਾਇਓ। ਹੁਣ ਉਸ ਪਰਵਾਨੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਤੁਹਾਡੇ ਪਾਸੋਂ ਬਾਦਸ਼ਾਹ ਜਹਾਂਗੀਰ ਨੇ 2 ਲੱਖ ਰੁਪਈਆ ਧਨ ਜਿਹੜਾ ਹੈ ਉਹ ਮੰਗਵਾਇਆ ਹੈ। ਸ੍ਰੀ ਅਰਜਨ ਸਗਰੀ ਪਿਤ ਜਾਨੀ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਰਬ ਕਲਾ ਕੇ ਗਿਆਤਾ ਪ੍ਰਤੱਖ ਹਰ ਸਤਿਗੁਰੂ
ਸਾਰੀ ਵਿਥਿਆ ਨੂੰ ਸਮਝਦੇ ਹਨ। ਤਜਨੀ ਕਾਇਆ ਆਪ ਪਛਾਨੀ। ਕਵੀ ਜੀ ਆਖਣ ਲੱਗੇ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਹੁਣ ਜਾਣ ਲਿਆ ਹੈ ਕਿ ਇਸ ਦੇਹ ਨੂੰ, ਇਸ ਸਰੀਰ ਨੂੰ ਤਿਆਗਣ ਦਾ ਸਮਾਂ ਆ ਚੁੱਕਿਆ ਹੈ। ਹਰ ਗੋਬਿੰਦ ਗੁਰ ਬੈਠੇ ਭਾਰੀ। ਮਨ ਦੇ ਅੰਦਰ ਖਿਆਲ ਆਇਆ ਕਿ ਅਗਲੇ ਸਮੇਂ, ਅਗਲੇਰੇ ਸਮੇਂ ਵਾਸਤੇ ਭਾਵ ਸਿੱਖਾਂ ਦੀ ਅਗਵਾਈ ਕੌਣ ਕਰੇਗਾ? ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਉਹ ਗੁਰੂ ਸੁਭਾਏਮਾਨ ਹੋਵਣਗੇ, ਗੁਰਤਾ ਗੱਦੀ ਤੇ ਬਿਰਾਜਮਾਨ ਹੋਵਣਗੇ, ਜਿਨ੍ਹਾਂ ਦਾ ਬਹੁਤ ਵੱਡਾ ਬਲ, ਬੜਾ ਵੱਡਾ ਪ੍ਰਤਾਪ ਹੈ। ਮਹਾਬਲੀ ਬੜ ਸ਼ਸਤਰਨ ਧਾਰੀ। ਉਸ ਵੇਲੇ ਤੱਕ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਲਾਇਕ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਸ਼ਸਤਰ ਤੇ ਸ਼ਾਸਤਰ ਦੋਵੇਂ ਪ੍ਰਕਾਰ ਦੀ ਵਿਦਿਆ ਵਿੱਚ ਬੜੇ ਨਿਪੁੰਨ ਹਨ ਔਰ ਬਹੁਤ ਮਹਾਂਬਲੀ ਯੋਧੇ ਸੂਰਮੇ ਹਨ। ਏਕ ਦਿਵਸ ਅਹਦੀ ਕੋ ਰਾਖਿਓ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਨੇ ਜਿਹੜਾ ਉਹ ਪਰਵਾਨਾ ਲੈ ਕੇ ਐਦੀ ਆਇਆ ਹੋਇਆ ਸੀ ਨਾ, ਉਹਨੂੰ ਇੱਕ ਰਾਤ ਆਪਣੇ ਕੋਲ ਉਹਨੂੰ ਜਿਹੜਾ ਹੈ ਟਿਕਣ ਦਾ, ਟਿਕਾਣਾ ਕਰਨ ਦਾ ਹੁਕਮ ਕੀਤਾ ਹੈ। ਭਈ ਬਰਾਤ ਤੇ ਸਤਿਗੁਰ ਭਾਖਿਓ। ਐਦੀ ਸਤਿਗੁਰਾਂ ਦੇ ਦਰਬਾਰ ਵਿੱਚ ਰਾਤ ਰੁਕਿਆ ਤੇ ਅਗਲੀ ਜਦੋਂ ਸਵੇਰ ਹੋਈ, ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਐਦੀਏ ਨੂੰ ਬੁਲਾ ਕੇ ਉਹਨੂੰ ਮੁਖਾਤਿਬ ਹੋ ਕਰਕੇ ਇਉਂ ਬਚਨ ਆਖਣ ਲੱਗੇ ਹਨ। ਹਮ ਲਾਹੌਰ ਆਪੇ ਚੱਲ ਜਾਏ। ਸਾਹਿਬ ਆਖਣ ਲੱਗੇ ਵੀ ਅਸੀਂ ਆਪ ਲਾਹੌਰ ਚੱਲ ਕੇ ਆਵਾਂਗੇ। ਕਹਾਂ ਸ਼ਾਹ ਜੋ ਤਿਹ ਠਾਂਦਾ ਹੈ। ਤੇ ਜੋ ਬਾਦਸ਼ਾਹ ਚਾਹੁੰਦਾ ਹੈ ਨਾ, ਜੋ ਉਹਨੇ ਇੱਥੇ ਇਸ ਪਰਵਾਨੇ ਵਿੱਚ ਲਿਖ ਕੇ ਭੇਜਿਆ, ਜੋ ਉਹਦੇ ਮਨ ਦੀ ਭਾਵਨਾ ਹੈ, ਉਹ ਅਸੀਂ ਆਪ ਹੀ ਲਾਹੌਰ ਆ ਕੇ ਪੂਰੀ ਕਰ ਦਿਆਂਗੇ। ਜੋ ਵੀ ਉਹ ਚਾਹੁੰਦਾ ਹੋਏਗਾ ਤੇ ਉਹ ਅਸੀਂ ਲਾਹੌਰ ਆ ਕੇ ਉਹਨੂੰ ਦੇਣਾ ਕਰਾਂਗੇ। ਇਸ ਪ੍ਰਕਾਰ ਕਹਿ ਦੀ ਤੋਰਿਓ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਉਂ ਆਪਣਾ ਫੈਸਲਾ ਜਿਹੜਾ ਸੀ ਉਹ ਐਦੀਏ ਨੂੰ ਪਰਵਾਨਾ ਲੈ ਕੇ ਆਏ ਹੋਏ ਨੂੰ ਸੁਣਾ ਕੇ ਤੇ ਤੁਰ ਜਾਣ ਦਾ, ਚਲੇ ਜਾਣ ਦਾ ਇਸ਼ਾਰਾ ਕਰ ਦਿੱਤਾ ਹੈ। ਬੋਲਿਓ ਸੋ ਨਿਜ ਹੱਥ ਨ ਜੋਰਿਓ। ਹੁਣ ਐਦੀਆ ਤੁਰਨ ਲੱਗਾ ਹੈ। ਸਰਕਾਰ ਦਾ ਉਹ ਨੌਕਰ ਹੈ, ਸਰਕਾਰ ਦੀ ਦਿੱਤੀ ਹੋਈ ਚਿੱਠੀ ਸਤਿਗੁਰਾਂ ਤੱਕ ਲੈ ਕੇ ਆਇਆ, ਪਰ ਜਦੋਂ ਗੁਰੂ ਦਰਬਾਰ ਵਿੱਚ ਇੱਕ ਰਾਤ ਟਿਕਿਆ ਹੈ, ਉਹਨੇ ਸਾਰੇ ਹਾਲਾਤ ਨੂੰ ਜਾਣਿਆ, ਤੱਕਿਆ, ਡਿਠਿਆ ਹੈ ਤੇ ਚੰਦੂ ਦੇ ਕਹੇ ਹੋਏ ਬੋਲਾਂ ਵਿੱਚੋਂ ਇੱਕ ਵੀ ਬੋਲ ਉਹਨੇ ਆਪਣੀ ਜ਼ੁਬਾਨ ਤੋਂ ਮਾੜਾ ਨਹੀਂ ਉਚਾਰਿਆ। ਮਹਾਰਾਜ ਜੀ ਦੇ ਕੋਲੋਂ ਜਦੋਂ ਉਹ ਤੁਰਨ ਲੱਗਾ ਹੈ ਤੇ ਉਸ ਵੇਲੇ ਉਹਨੇ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ, ਇੱਕ ਅਰਜ਼ ਕੀਤੀ ਹੈ। ਜਿਮ ਚੰਦੂ ਨੇ ਮੋਹੇ ਪਠਾਇਓ। ਹੇ ਗਰੀਬ ਨਿਵਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਮੈਂ ਚੰਦੂ ਦਾ ਭੇਜਿਆ ਹੋਇਆ ਤੁਹਾਡੇ ਕੋਲ ਆਇਆ ਹਾਂ। ਕੋਟੇ ਬਾਕਣ ਸੋ ਕੋ ਸਿਖਰਾਇਓ। ਉਹਨੇ ਇਕੱਲਾ ਮੈਨੂੰ ਪਰਵਾਨਾ ਲੈ ਕੇ ਆਉਣ ਵਾਸਤੇ ਹੀ ਨਹੀਂ ਕਿਹਾ, ਸਗੋਂ ਬਹੁਤ ਭੈੜੇ ਤੇ ਖੋਟੇ ਬਚਨ ਜਿਹੜੇ ਹਨ ਉਹ ਮੈਨੂੰ ਸਿਖਾਏ। ਕਿਸ ਵਾਸਤੇ? ਕਿ ਮੈਂ ਤੁਹਾਡੇ ਸਨਮੁਖ ਆ ਕੇ ਉਹਨਾਂ ਖੋਟੇ ਬਚਨਾਂ ਦਾ, ਉਹਨਾਂ ਮਾੜੇ ਬਚਨਾਂ ਦਾ ਉਚਾਰਨ ਕਰਾਂ। ਸੋ ਮੁਝ ਤੇ ਕਿਮ ਨਹਿ ਬਨ ਆਵੈ। ਪਰ ਆਖਣ ਲੱਗਾ ਮਹਾਰਾਜ, ਮੈਂ ਤੁਹਾਡੇ ਦਰਸ਼ਨ ਦੀਦਾਰ ਕੀਤੇ ਹਨ, ਸਾਰੀ ਵਿਥਿਆ ਨੂੰ ਵੇਖ ਜਾਣ ਕਰਕੇ ਮੇਰੀ ਜ਼ੁਬਾਨ ਨੇ, ਮੇਰੀ ਜ਼ਮੀਰ ਨੇ, ਮੇਰੀ ਮਤ ਨੇ ਆਗਿਆ ਨਹੀਂ ਦਿੱਤੀ ਕਿ ਮੈਂ ਤੁਹਾਡੇ ਪਰਥਾਏ ਕੋਈ ਫਿੱਕਾ ਬਚਨ ਕਹਿ ਸਕਾਂ। ਤੁਮ ਦਰਸ਼ਨ ਤੇ ਕਮਾਤ ਨਸਾਵਾ। ਮਹਾਰਾਜ ਤੁਹਾਡੇ ਤਾਂ ਦੀਦਾਰ ਹੀ ਇਸ ਪ੍ਰਕਾਰ ਵਡੇਰੇ ਵੱਡਿਆਂ ਭਾਗਾਂ ਵਾਲਿਆਂ ਨੂੰ ਹੁੰਦੇ ਹਨ, ਔਰ ਤੁਹਾਡੇ ਦੀਦਾਰ ਦਰਸ਼ਨਾਂ ਦੀ ਬਰਕਤ ਕੀ ਹੈ ਕਿ ਕੁਮਤ ਨਸਾਵੇ, ਕੁਮਤ ਭੈੜੀ ਮਤ ਤੁਹਾਡੇ ਦਰਸ਼ਨ ਕਰਕੇ ਹੀ ਦੂਰ ਹੋ ਜਾਂਦੀ ਹੈ। ਆਪਣੋ ਸੇਵਕ ਮੋਹੇ ਪਛਾਨੋ। ਸਰਕਾਰ ਦਾ ਨੌਕਰ ਉਹ ਐਦੀਆ ਜਿਹੜਾ ਆਇਆ ਸੀ ਆਖਣ ਲੱਗਾ, ਮਹਾਰਾਜ ਮੈਨੂੰ ਸਰਕਾਰ ਦਾ ਨੌਕਰ ਨਹੀਂ ਸਗੋਂ ਆਪਣਾ ਸੇਵਕ ਜਾਣੋ। ਰਾਵਰ ਕਹੋ ਤਥਾ ਅਪਮਾਨੋ। ਤੇ ਆਖਣ ਲੱਗਾ ਮਹਾਰਾਜ ਜਿਵੇਂ ਆਪ ਜੀ ਹੁਕਮ ਕਰੋਗੇ ਮੈਂ ਤੁਹਾਡਾ ਹੁਕਮ ਉਸੇ ਪ੍ਰਕਾਰ ਹੀ ਮੰਨ ਲਵਾਂਗਾ। ਪੁਰਸ਼ੋਤਮ ਤੁਮ ਸਭ ਕੁਝ ਜਾਣੋ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਖਣ ਲੱਗਾ ਕਿ ਹੇ ਗਰੀਬ ਨਿਵਾਜ ਸਤਿਗੁਰੂ, ਆਪ ਜੀ ਭਲੇ ਪੁਰਖੋ, ਸਤਿਪੁਰਖੋ, ਤੁਹਾਡੇ ਉੱਪਰ ਬਹੁਤ ਘਨੇਰੀ ਕਿਰਪਾ ਹੈ ਔਰ ਤੁਸੀਂ ਸਾਰਾ ਕੁਝ ਹੀ ਜਾਣਦੇ ਹੋ, ਜੋ ਆਦ ਵਿੱਚ ਹੈ, ਜੋ ਅਗਾਂਹ ਹੋਵੇਗਾ, ਜੋ ਹੁਣ ਹੈ, ਸਾਰਾ ਕੁਝ ਜਾਣਨ ਦੀ ਤੁਸੀਂ ਸਮਰੱਥਾ ਰੱਖਦੇ ਹੋ। ਤਉ ਦੀਵਾਨ ਦੁਸ਼ਟ ਪਹਿਚਾਨੋ। ਔਰ ਆਪਣੀ ਵਿਵੇਕ ਬੁੱਧ ਦੇ ਸਦਕਾ ਹੀ ਆਪ ਜੀ ਉਸ ਚੰਦੂ ਦੀਵਾਨ ਨੂੰ, ਉਸ ਦੁਸ਼ਟ ਨੂੰ ਪਛਾਨਣਾ ਕਰੋ। ਤਿਸ ਤੇ ਆਪ ਰਹੋ ਸਵਧਾਨਾ। ਔਰ ਉਹ ਇਹਦੀ ਆਖਣ ਲੱਗਾ ਮਹਾਰਾਜ, ਉਹ ਰਾਜ ਦਰਬਾਰ ਦੇ ਵਿੱਚ ਪਦਵੀ ਤੇ ਬੈਠਾ ਹੋਇਆ ਬਾਦਸ਼ਾਹ ਦੇ ਬੜਾ ਨਜ਼ਦੀਕ ਹੈ,
ਤੁਹਾਨੂੰ ਉਹਦੇ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸਕਲ ਕੁਕਰਮ ਤਿਸੀ ਨੇ ਠਾਨਾ। ਆਖਣ ਲੱਗਾ ਵੀ ਇਹ ਜਿਹੜਾ ਪਰਵਾਨਾ ਤੁਹਾਡੇ ਕੋਲ ਆਇਆ ਹੈ ਨਾ, ਜਿਹਦੇ ਵਿੱਚ ਲਿਖਿਆ ਕਿ 2 ਲੱਖ ਰੁਪਈਆ ਹਾਜ਼ਰ ਕੀਤਾ ਜਾਵੇ ਸਰਕਾਰੀ ਖਜ਼ਾਨੇ ਵਿੱਚ, ਮਹਾਰਾਜ ਇਹ ਕੁਕਰਮ ਜਿਹੜਾ ਹੈ ਇਹਦੇ ਪਿੱਛੇ ਸਾਰੀ ਜਿਹੜੀ ਚਾਲ ਹੈ ਸੋਚ ਕੰਮ ਕਰ ਰਹੀ ਹੈ, ਉਸ ਚੰਦੂ ਦੀਵਾਨ ਦੀ ਕਰ ਰਹੀ ਹੈ। ਅਹਦੀ ਤੇ ਸੁਨਕੀਨ ਪਸਾਓ। ਕਿਰਪਾ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਐਦੀਏ ਦੇ ਕੋਲੋਂ ਇਹ ਬਚਨ ਸੁਣਨਾ ਕੀਤੇ ਹਨ। ਸਤਿਗੁਰ ਦੇਤ ਭਏ ਸਿਰ ਪਾਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਐਦੀਏ ਦਾ ਆਏ ਦਾ ਆਦਰ ਸਤਕਾਰ ਕੀਤਾ, ਸਿਰੋਂ ਪਾਉ ਬਖਸ਼ਿਆ ਹੈ। ਬੁਰਾ ਜੋ ਹੋਏ ਆਪ ਗਰਜਾ ਹੈ। ਤੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਬਚਨ ਆਖੇ ਹਨ ਕਿ ਜਿਹੜਾ ਬੰਦਾ ਬੁਰਾ ਹੁੰਦਾ ਹੈ, ਜਿਹਦੀ ਨੀਤ ਵਿੱਚ ਖੋਟ ਹੈ, ਜਿਹੜਾ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਅਕਾਰਨ ਕਿਸੇ ਨਾਲ ਵੈਰ ਕਰਦਾ ਹੈ, ਨਿੰਦਿਆ ਕਰਦਾ ਹੈ, ਦਵੈਸ਼ ਈਰਖਾ ਰੱਖਦਾ ਹੈ, ਉਹ ਆਪਣੇ ਆਪ ਹੀ ਜਿਹੜਾ ਗਰਜ ਹੈ ਭਾਵ ਉਹ ਖਤਮ ਹੋ ਜਾਂਦਾ ਹੈ। ਮੂਰਖ ਆਪਣੋ ਕੀਤਾ ਪੈ ਹੈ। ਸਾਹਿਬ ਆਖਿਆ ਐਸਾ ਇਨਸਾਨ ਮੂਰਖਾਂ ਦੀ ਗਿਣਤੀ ਵਿੱਚ ਆਉਂਦਾ ਹੈ ਤੇ ਉਹ ਮੂਰਖ ਨੂੰ ਉਹਦੇ ਕੀਤੇ ਦੀ ਸਜ਼ਾ ਆਪਣੇ ਆਪ ਹੀ ਮਿਲ ਜਾਂਦੀ ਹੈ। ਰੁਖਸਦ ਹੋਏ ਅਹਲੀ ਚਲ ਗਇਓ। ਹੁਣ ਐਦੀਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਇਹ ਬਚਨ ਵਿਲਾਸ ਕਰਨ ਤੋਂ ਬਾਅਦ ਜਿਸ ਪਾਸੇ ਤੋਂ ਆਇਆ ਸੀ ਉਸ ਪਾਸੇ ਆਪਣੀ ਮੰਜ਼ਿਲ ਵੱਲ ਭਾਵ ਲਾਹੌਰ ਪਹੁੰਚ ਗਿਆ ਹੈ। ਚੰਦੂ ਸੰਗ ਕਹਿਤ ਇਮ ਭਇਓ। ਜਾ ਕਰਕੇ ਉਹਨੇ ਚੰਦੂ ਨੂੰ ਸਾਰੀ ਵਿਥਿਆ ਵਾਰਤਾ ਦੱਸਣਾ ਕੀਤੀ ਹੈ। ਮੁਝ ਕੋ ਕਹਿਓ ਆਪ ਹਮ ਆਵੈ। ਹੁਣ ਚੰਦੂ ਜਿਹੜਾ ਕਿ ਇਹ ਸੋਚ ਰਿਹਾ ਸੀ ਕਿ ਮੈਂ 2 ਲੱਖ ਦਾ ਜੁਰਮਾਨਾ ਲਿਖ ਕੇ ਘੱਲਿਆ ਹੈ ਚਿੱਠੀ ਦੇ ਅੰਦਰ, ਤੇ ਨਾਲ ਇਹ ਸਖਤ ਤਾਕੀਦ ਕੀਤੀ ਸੀ ਐਦੀਏ ਨੂੰ ਕਿ ਤੂੰ 2 ਲੱਖ ਰੁਪਈਆ ਲੈ ਕੇ ਆਉਣਾ ਹੈ ਤੇ 2 ਲੱਖ ਰੁਪਈਏ ਲਏ ਤੋਂ ਬਿਨਾ ਵਾਪਸ ਨਹੀਂ ਆਉਣਾ। ਜਦੋਂ ਉਹਨੇ ਐਦੀਏ ਨੂੰ ਖਾਲੀ ਵੇਖਿਆ ਤੇ ਸਾਰਾ ਬਿਰਤਾਂਤ ਪੁੱਛਿਆ, ਆਖਣ ਲੱਗਾ ਕਿ ਤੂੰ ਇਸ ਤਰ੍ਹਾਂ ਦੱਸ ਕਿ ਉਥੇ ਕੀ ਵਾਰਤਾ ਹੋਈ। ਸਾਰਾ ਕੁਝ ਉਸ ਐਦੀਏ ਨੇ ਦੱਸਿਆ ਤੇ ਨਾਲ ਇਹ ਵੀ ਦੱਸਣਾ ਕੀਤਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਕਿ 2 ਲੱਖ ਰੁਪਈਆ ਐਦੀਏ ਨੂੰ ਨਹੀਂ ਦੇਣਾ, ਅਸੀਂ ਆਪ ਚੱਲ ਕੇ ਲਾਹੌਰ ਆਵਾਂਗੇ। ਕਹਾ ਸ਼ਾਹ ਸੋ ਤਹਾਂ ਦਿਵਾਵੈ। ਤੇ ਆਖਣ ਲੱਗੇ ਜਦੋਂ ਅਸੀਂ ਲਾਹੌਰ ਆ ਗਏ ਨਾ, ਜੋ ਵੀ ਸ਼ਾਹ ਨੂੰ ਭਾਵ ਬਾਦਸ਼ਾਹ ਨੂੰ ਚਾਹੀਦਾ ਹੋਵੇਗਾ ਉਹ ਅਸੀਂ ਆਪ ਹੀ ਬਾਦਸ਼ਾਹ ਨੂੰ ਉਥੋਂ ਲਾਹੌਰ ਦੇ ਵਿੱਚੋਂ ਹੀ ਦਿਵਾ ਦੇਵਾਂਗੇ। ਸੁਣ ਖੁਣ ਸਿਓ ਗਮਨੋ ਢਿਗ ਸ਼ਾਹੂ। ਹੁਣ ਜਦੋਂ ਇਹ ਗੱਲ ਸੁਣੀ ਵੀ ਜਿਹੜਾ ਸਰਕਾਰੀ ਪਰਵਾਨਾ ਬਾਦਸ਼ਾਹ ਦੇ ਦਸਤਖਾਂ ਦੇ ਹੇਠ ਭੇਜਿਆ ਸੀ ਤੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਕੋਈ ਪਰਵਾਹ ਨਹੀਂ ਕੀਤੀ ਹੈ, ਆਪਣੇ ਮਨ ਦੇ ਅੰਦਰ ਬੜੀ ਈਰਖਾ ਬੜੀ ਖੁਨਸ ਦੇ ਨਾਲ ਬਹੁਤ ਹੀ ਦਵੈਸ਼ ਭਾਵਨਾ ਦੇ ਨਾਲ ਜਿਹੜਾ ਹੈ ਉਹਨੇ ਆਪਣਾ ਮਨ ਭਰਿਆ ਤੇ ਛੇਤੀ ਦੇ ਨਾਲ ਬਾਦਸ਼ਾਹ ਦੇ ਕੋਲ ਪਹੁੰਚ ਗਿਆ ਹੈ। ਕਰੀ ਅਰਜ ਹੋਇਆ ਕਰਤਬ ਪਾਹੂ। ਬਾਦਸ਼ਾਹ ਦੇ ਸਾਹਮਣੇ ਜਾ ਕੇ ਤੇ ਚੰਦੂ ਦੀਵਾਨ ਇਉਂ ਬੇਨਤੀ ਕਰਨ ਲੱਗਾ ਹੈ। ਨਹ ਸ਼੍ਰੀ ਅਰਜਨ ਧਨ ਕੁਛ ਦੀਨੋ। ਆਖਣ ਲੱਗਾ ਬਾਦਸ਼ਾਹ ਸਲਾਮਤ ਸ੍ਰੀ ਅਰਜਨ ਜੀ ਨੇ ਧਨ ਦਾ 1 ਟਕਾ 1 ਪੈਸਾ ਵੀ ਜਿਹੜਾ ਉਹ ਐਦੀਏ ਨੂੰ ਨਹੀਂ ਦਿੱਤਾ ਹੈ। ਹਦੀ ਸੰਗ ਨਾ ਆਵਨ ਕੀਨੋ। ਨਾ ਤੇ ਧਨ ਦਿੱਤਾ ਹੈ ਤੇ ਨਾ ਉਹ ਆਪ ਹੀ ਐਦੀਏ ਦੇ ਨਾਲ ਚੱਲ ਕੇ ਆਏ ਹਨ। ਨਹੀਂ ਤਰਾਸ ਕੁਛ ਕਰਹਿ ਤੁਮਾਰੂ। ਹੇ ਬਾਦਸ਼ਾਹ ਇਦਾਂ ਤੇ ਲੱਗਦਾ ਹੈ ਵੀ ਉਹਨਾਂ ਨੂੰ ਤੁਹਾਡਾ ਕਿਸੇ ਪ੍ਰਕਾਰ ਦਾ ਕੋਈ ਡਰ ਕੋਈ ਭੈ ਹੈ ਹੀ ਨਹੀਂ ਹੈ। ਹੁਕਮ ਅਦੂਲੀ ਗੁਣਹਿ ਵਿਚਾਰੂ। ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਹੋ ਤੇ ਤੁਹਾਡਾ ਹੁਕਮ ਤੇ ਸਾਰੀ ਪ੍ਰਜਾ ਨੂੰ ਮੰਨਣਾ ਚਾਹੀਦਾ ਹੈ, ਪਰ ਸ੍ਰੀ ਅਰਜਨ ਜੀ ਨੇ ਤੁਹਾਡਾ ਹੁਕਮ ਨਹੀਂ ਮੰਨਿਆ, ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ। ਇਸ ਹੁਕਮ ਅਦੂਲੀ ਨੂੰ ਵੀ ਗੁਨਾਹ ਹੀ ਜਾਣਨਾ ਚਾਹੀਦਾ ਹੈ। ਸ਼ਾਹੋ ਕਹਿਓ ਕੋ ਦਿਨ ਕਰ ਮੌਣ। ਹੁਣ ਬਾਦਸ਼ਾਹ ਜਹਾਂਗੀਰ ਆਖਣ ਲੱਗਾ ਚੰਦੂ ਦੀਵਾਨ ਨੂੰ ਕਿਹਾ ਕਿ ਕੁਝ ਦਿਨਾਂ ਵਾਸਤੇ ਤੂੰ ਬਿਲਕੁਲ ਸ਼ਾਂਤ ਤੇ ਚੁੱਪ ਹੋ ਕਰਕੇ ਬੈਠ ਜਾ। ਨਹਿ ਨ ਪਠਾਵੋ ਮਾਨਵ ਕੌਣ। ਆਖਣ ਲੱਗਾ ਵੀ ਹੁਣ ਕਿਸੇ ਮਨੁੱਖ ਨੂੰ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਦੇ ਕੋਲ ਨਹੀਂ ਭੇਜਣਾ ਹੈ। ਜੇ ਨਹਿ ਆਵੈ ਤਹ ਟਿਕ ਰਹਾ। ਜੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਉਹ ਆਪ ਲਾਹੌਰ ਚੱਲ ਕੇ ਆਉਣਗੇ, ਸਾਨੂੰ ਉਡੀਕ ਕਰਨੀ ਚਾਹੀਦੀ ਹੈ। ਕੁਝ ਦਿਨਾਂ ਤੱਕ ਤੂੰ ਸ਼ਾਂਤ ਹੋ ਜਾ, ਉਡੀਕ ਕਰ। ਜੇ ਉਹ ਸਾਡੇ ਕੋਲ ਨਹੀਂ ਆਉਂਦੇ, ਅੰਮ੍ਰਿਤਸਰ ਹੀ ਟਿਕੇ ਰਹਿੰਦੇ ਹਨ। ਪੁੰਨ ਤਿਉ ਕਰਹਿ ਜਥਾ ਤੂੰ ਕਹੈ। ਆਖਣ ਲੱਗੇ ਫਿਰ ਉਦਾਂ ਹੀ ਕਰਾਂਗੇ ਜਿਵੇਂ ਚੰਦੂ ਤੈਨੂੰ ਮਨਜ਼ੂਰ ਹੋਵੇਗਾ, ਜਿਵੇਂ ਤੂੰ ਕਹੇਂਗਾ ਉਹਦੇ ਤੋਂ ਬਾਅਦ ਫਿਰ ਉਸੇ ਤਰ੍ਹਾਂ ਕੀਤਾ ਜਾਵੇਗਾ। ਇਤ ਸ਼੍ਰੀ ਅਰਜਨ ਸਭ ਕੁਛ ਜਾਨਾ। ਇਧਰ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਰ ਸਤਿਗੁਰੂ
ਜੋ ਸਾਰਾ ਕੁਝ ਜਾਣਨ ਦੇ ਸਮਰੱਥ ਸਤਿਗੁਰੂ ਹਨ। ਹੋਣਹਾਰ ਬਿਰਤੰਤ ਮਹਾਨਾ, ਮਹਾਰਾਜ ਜੀ ਨੇ ਜਾਣ ਲਿਆ ਕਿ ਆਉਣ ਵਾਲੇ ਸਮੇਂ ਵਿੱਚ, ਅਗਲੇ ਸਮੇਂ ਵਿੱਚ ਹੁਣ ਕੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਥਿਰਹਿ ਜਿਹੇ ਰਹਿਣ, ਜਿਸ ਜਗ੍ਹਾ ਦੇ ਉੱਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰਾਤ ਨੂੰ ਵਿਸ਼ਰਾਮ ਕੀਤਾ ਜਾਂਦਾ, ਜਿੱਥੇ ਸੁਖ ਆਸਣ ਤੋਂ ਬਾਅਦ ਸਤਿਗੁਰੂ ਜੀ ਦੇ ਪਾਵਨ ਸਰੂਪ ਸੁਭਾਏਮਾਨ ਕੀਤੇ ਜਾਂਦੇ ਹਨ। ਸ੍ਰੀ ਕੋਠਾ ਸਾਹਿਬ ਆਪਾਂ ਨਾਮ ਜਾਣਦੇ ਹਾਂ, ਉਸ ਜਗ੍ਹਾ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਟਿਕੇ ਹਨ। ਤਿਸ ਥਿਲ ਬੈਠੇ ਤਿਸ ਥਲ ਬੈਠੇ ਜਿਨ ਕਹਿ ਭੈ ਨਾ, ਜਿਹੜੇ ਸਤਿਗੁਰੂ ਜੀ ਕਿਸੇ ਦਾ ਵੀ ਭੈ, ਕਿਸੇ ਬਾਦਸ਼ਾਹ ਦਾ ਡਰ ਨਹੀਂ ਰੱਖਦੇ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇਕਮਿਕ ਹੋਏ, ਉਸ ਜਗ੍ਹਾ ਤੇ ਧਰਤੀ ਤੇ ਆਸਣ ਲਾ ਕੇ ਸਤਿਗੁਰੂ ਵਿਰਾਜਮਾਨ ਹਨ। ਬ੍ਰਿਧ ਆਪਣੇ ਨਿਕਟ ਹਕਾਰਾ, ਆਪਣੇ ਕੋਲ ਬਾਬਾ ਬੁੱਢਾ ਸਾਹਿਬ ਜੀ ਨੂੰ ਸਤਿਗੁਰਾਂ ਨੇ ਬੁਲਾਇਆ ਹੈ। ਸਾਦਰ ਭਾਖਤ ਤਹਿ ਬੈਠਾਰਾ, ਸਤਿਗੁਰੂ ਦਾ ਹੁਕਮ ਸੁਣ ਕਰਕੇ ਜਦੋਂ ਬਾਬਾ ਬੁੱਢਾ ਜੀ ਆਏ ਤੇ ਬੜੇ ਆਦਰ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬਿਠਾਇਆ ਹੈ। ਹੁਣ ਸ੍ਰੀ ਹਰਗੋਬਿੰਦ ਬੁਲਾਏ, ਬਾਬਾ ਬੁੱਢਾ ਜੀ ਦੇ ਕੋਲ ਆਉਣ ਤੋਂ ਬਾਅਦ ਸ੍ਰੀ ਹਰਗੋਬਿੰਦ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਨੂੰ ਵੀ ਬੁਲਾਉਣਾ ਕੀਤਾ ਹੈ। ਜੁਤ ਗੁਰਦਾਸ ਤਹਾਂ ਚੱਲ ਆਏ, ਸ੍ਰੀ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਸਹਿਤ ਇਕੱਠੇ ਹੋ ਕਰਕੇ ਉਸ ਜਗ੍ਹਾ ਤੇ ਚੱਲ ਕੇ ਆ ਕੇ ਪਹੁੰਚੇ ਹਨ। ਕਰੇ ਪ੍ਰੇਮ ਕੋ ਨਿਕਟ ਬਿਠਾਏ, ਉਹਨਾਂ ਨੂੰ ਵੀ ਬੜੇ ਸਤਿਕਾਰ ਦੇ ਸਹਿਤ, ਪਿਆਰ ਦੇ ਸਹਿਤ ਆਪਣੇ ਕੋਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਿਠਾਉਣਾ ਕੀਤਾ ਹੈ। ਅਬ ਸਮਰੱਥ ਹੋਏ ਬਲ ਪਾਏ, ਤੇ ਇਉਂ ਬਚਨ ਉਚਾਰੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਉਸ ਵੇਲੇ ਅਜੇ ਗੁਰਤਾ ਗੱਦੀ ਤੇ ਸੁਭਾਏਮਾਨ ਨਹੀਂ ਹੋਏ, ਪਰ ਉਹ ਬਹੁਤ ਬਲਸ਼ਾਲੀ ਯੋਧੇ ਹਨ, ਸਮਰੱਥ ਹਨ ਸਭ ਕਾਸੇ ਵਿੱਚ। ਕਹੋ ਬੁੱਢਾ ਸ੍ਰੀ ਹਰਗੋਬਿੰਦ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਣ ਲੱਗੇ ਕਿ ਤੁਸੀਂ ਹਰਗੋਬਿੰਦ ਸਾਹਿਬ ਜੀ ਨੂੰ ਹੁਣ ਇਉਂ ਆਖਣਾ ਕਰੋ। ਅਬ ਸੁਚੇਤ ਭੇ ਬਲੀ ਬਿਲੰਦ, ਬੜੀ ਸਾਵਧਾਨਤਾ ਦੇ ਨਾਲ ਤੇ ਬਹੁਤ ਹੀ ਬਲ ਤੇ ਤਾਕਤ ਦੇ ਸਹਿਤ ਤੁਸੀਂ ਜਿਹੜਾ ਹੈ ਉਹ ਆਪਣੇ ਜੀਵਨ ਵਿੱਚ ਹੁਣ ਵਿਚਰਨ ਦਾ ਤੁਹਾਡਾ ਸਮਾਂ ਹੈ। ਗੁਰਤਾ ਗਾਦੀ ਬੈਠਣ ਯੋਗ, ਤੇ ਭਵਿੱਖਤ ਬਚਨ ਕਰ ਦਿੱਤਾ ਕਿ ਸ੍ਰੀ ਹਰਗੋਬਿੰਦ ਜੀ ਹੁਣ ਤੁਹਾਡਾ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਹੋ ਜਾਣ ਦਾ ਸਮਾਂ ਨੇੜੇ ਆ ਗਿਆ ਹੈ। ਜਾਹੈ ਦੁਸ਼ਟਨ ਕੇ ਕਰ ਸੋਗ, ਤੁਸੀਂ ਗੁਰਤਾ ਗੱਦੀ ਉੱਪਰ ਸੁਭਾਏਮਾਨ ਹੋਣਾ ਹੈ, ਔਰ ਜਿਹੜੇ ਭੈੜੀ ਤੇ ਖੋਟੀ ਮਤ ਵਾਲੇ ਲੋਕ ਹਨ ਉਹਨਾਂ ਦੇ ਮਨਾਂ ਅੰਦਰ ਤੁਹਾਡਾ ਭੈ ਜਿਹੜਾ ਹੈ ਉਹ ਕਾਇਮ ਹੋ ਜਾਣਾ ਚਾਹੀਦਾ ਹੈ। ਬ੍ਰਿਧ ਨੇ ਭਾਖਿਓ ਜੋਤ ਤੁਮਾਰੀ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਇਹ ਬਚਨ ਸੁਣੇ ਤੇ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਗਰੀਬ ਨਿਵਾਜ ਇਹ ਤੁਹਾਡੀ ਹੀ ਜੋਤ ਹਨ। ਹੋਏ ਵੀਰ ਬੜ ਆਜ ਦੁਧਾਰੀ, ਸ਼ਸਤਰਾਂ ਦੇ ਸ਼ਾਇਦ ਵੱਡੇ ਯੋਧੇ ਹੋਵਣਗੇ ਕਿਉਂਕਿ ਇਹਨਾਂ ਦੇ ਅੰਦਰ ਵੀ ਤੁਹਾਡੀ ਹੀ ਜੋਤ ਵਿਦਮਾਨ ਹੈ। ਸ਼ਤਰਨ ਕੁਲ ਤੇ ਯੁੱਧ ਹਟਿਓ ਹੈ। ਹੁਣ ਬਾਬਾ ਬੁੱਢਾ ਸਾਹਿਬ ਜੀ ਕੀ ਬਚਨ ਕਰਦੇ ਨੇ, ਕਹਿਣ ਲੱਗੇ ਜਿਨ੍ਹਾਂ ਦਾ ਧਰਮ ਸੀ, ਜਿਨ੍ਹਾਂ ਦੀ ਨਿਤ ਦੀ ਕਿਰਿਆ ਸੀ ਵੀ ਇਸ ਹਿੰਦੁਸਤਾਨ ਦੀ ਧਰਤੀ ਵਿੱਚ ਸ਼ਸਤਰਾਂ ਦਾ ਅਭਿਆਸ, ਯੁੱਧ ਦਾ ਅਭਿਆਸ ਕਰਨਾ, ਉਹਨਾਂ ਨੇ ਸ਼ਸਤਰਾਂ ਦਾ ਤਿਆਗ ਕਰ ਦਿੱਤਾ ਹੈ। ਰਾਜ ਤੇਜ ਤੇ ਸਗਲ ਘਟਿਓ ਹੈ। ਔਰ ਆਖਣ ਲੱਗੇ ਵੀ ਜਦੋਂ ਹੁਣ ਜਿਨ੍ਹਾਂ ਦਾ ਧਰਮ ਸੀ ਯੁੱਧ ਕਰਨਾ, ਜਦੋਂ ਉਹਨਾਂ ਨੇ ਸ਼ਸਤਰ ਹੀ ਹੱਥਾਂ ਦੇ ਵਿੱਚੋਂ ਛੱਡ ਦਿੱਤੇ, ਇਸੇ ਕਰਕੇ ਹੁਣ ਉਹਨਾਂ ਦੀ ਜਿਹੜੀ ਵੁਕਤ ਹੈ, ਜਿਹੜੀ ਇੱਜ਼ਤ ਹੈ, ਉਹ ਇਸ ਰਾਜ ਵਿੱਚੋਂ, ਇਸ ਦੇਸ਼ ਵਿੱਚੋਂ ਘਟ ਗਈ ਹੈ। ਭਏ ਮਲੇਸ਼ ਸ਼ਸਤਰ ਬੜ ਧਾਰੀ, ਉਹਨਾਂ ਦੀ ਥਾਂ ਤੇ ਮਲੇਸ਼ ਮੁਗਲ ਤੁਰਕ ਲੋਕ ਜਿਹੜੇ ਹਨ ਉਹ ਬੜੇ ਸ਼ਸਤਰਧਾਰੀ ਆਪਣੇ ਆਪ ਵਿੱਚ ਨਿਪੁੰਨ ਹੁੰਦੇ ਜਾ ਰਹੇ ਹਨ। ਕਰਹਿ ਰਾਜ ਬੜ ਅਵਨੀ ਸਾਰੀ, ਔਰ ਬੜੀ ਵੱਡੀ ਆਜੂ ਲੈ ਕਰਕੇ ਉਹ ਰਾਜ ਕਰਦੇ ਹਨ। ਛਤਰੀ ਧਰਮ ਦਰਿਓ ਨਹਿ ਭਾਸਾ, ਜਿਨ੍ਹਾਂ ਦਾ ਧਰਮ ਕਰਮ ਸੀ ਯੁੱਧ ਕਰਨਾ, ਸਾਹਿਬ ਬਾਬਾ ਬੁੱਢਾ ਜੀ ਆਖਣ ਲੱਗੇ ਉਹ ਤੇ ਹੁਣ ਲੱਭਿਆ ਵੀ ਇਸ ਧਰਤੀ ਤੇ, ਇਸ ਖਿੱਤੇ ਤੇ ਲੱਭ ਨਹੀਂ ਰਹੇ। ਤਖਤ ਬੈਠ ਅਬ ਇਹੀ ਪ੍ਰਕਾਸ਼ਾ, ਹੁਣ ਤਖਤ ਦੇ ਉੱਤੇ ਜਿਹੜੇ ਇਹ ਲੋਕ ਮਲੇਸ਼ ਲੋਕ ਹਨ, ਤੁਰਕ ਲੋਕ ਹਨ, ਇਹ ਹੀ ਬੈਠ ਰਹੇ ਹਨ। ਜਬ ਕਬ ਜਗਤ ਵਿਪਰਜੈ ਹੋਤ, ਕਹਿਣ ਲੱਗੇ ਵੀ ਜਦੋਂ ਏਦਾਂ ਫਿਰ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਜਿਹੜਾ ਹੈ
ਉਹ ਰੀਤ ਤੋਂ ਹਟ ਕੇ ਕੋਈ ਕਾਰਜ ਹੁੰਦਾ ਹੈ। ਤੁਮ ਤਨ ਧਾਰ ਮਿਰਜਾਦ ਉਦੋਤ। ਜਦੋਂ ਮਰਿਆਦਾ ਨਾ ਬਹਾਲ ਰਵੇ, ਹੇ ਸ੍ਰੇਸ਼ਟ ਸਤਿਗੁਰੂ ਜੀ, ਤੁਸੀਂ ਫਿਰ ਸਰੀਰ ਨੂੰ ਧਾਰਨ ਕਰਕੇ ਮਰਿਆਦਾ ਦੀ ਬਹਾਲੀ ਕਰਦੇ ਹੋ। ਹਾਥ ਜੋਰ ਗੁਰਦਾਸ ਉਚਾਰੀ। ਇਹਨੇ ਨੂੰ ਭਾਈ ਗੁਰਦਾਸ ਸਾਹਿਬ ਜੀ ਜਿਹੜੇ ਕੋਲ ਹੀ ਬੈਠੇ ਸੁਭਾਏਮਾਨ ਬਿਰਾਜਮਾਨ ਹਨ, ਉਹਨਾਂ ਨੇ ਹੱਥ ਜੋੜ ਕਰਕੇ ਕਹਿਣਾ ਕੀਤਾ ਹੈ। ਬਿਰਧ ਸਾਹਿਬ ਕੀ ਉਪਮਾ ਭਾਰੀ। ਆਖਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਦੀ ਬੜੀ ਵੱਡੀ ਵਡਿਆਈ ਹੈ। ਸ੍ਰੀ ਨਾਨਕ ਆਦਿਕ ਗੁਰ ਸਾਰੇ। ਮਹਿਮਾ ਵਡਿਆਈ ਕਿੱਡੀ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਸਾਰੇ ਗੁਰੂ ਸਾਹਿਬਾਨ ਬਹੁ ਸੇਵਾ ਕਰ ਸਦਾ ਨਿਹਾਰੇ। ਸਾਰੇ ਸਤਿਗੁਰਾਂ ਦੇ, ਵੱਡੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਵੀ ਕੀਤੇ ਹਨ ਬਾਬਾ ਬੁੱਢਾ ਜੀ ਨੇ, ਤੇ ਬਹੁਤ ਭਾਰੀ ਸੇਵਾ ਵੀ ਵੱਡੇ ਸਤਿਗੁਰਾਂ ਦੀ ਕੀਤੀ ਹੈ। ਸਫਲੈ ਬਾਕ ਸਰਾਪ ਅਰ ਬਰਕੋ। ਔਰ ਜਿਹੜਾ ਵੀ ਬਚਨ ਬਾਬਾ ਬੁੱਢਾ ਸਾਹਿਬ ਜੀ ਆਪਣੀ ਰਸਨਾ ਤੋਂ, ਆਪਣੀ ਮੁਖਾਰਬਿੰਦ ਤੋਂ ਕਹਿ ਦਿੰਦੇ ਹਨ, ਉਹ ਬਚਨ ਸੰਪੂਰਨ ਹੋ ਜਾਂਦਾ। ਇੰਨੀ ਵਡਿਆਈ ਹੈ ਬਾਬਾ ਬੁੱਢਾ ਸਾਹਿਬ ਜੀ ਦੀ। ਬ੍ਰਹਮ ਅਸਤਰ ਜਿਮ ਰਗਵਰ ਕਰਕੋ। ਕਹਿਣ ਲੱਗੇ ਇਹਨਾਂ ਦੀ ਜ਼ੁਬਾਨ ਦਾ, ਇਹਨਾਂ ਦੀ ਰਸਨਾ ਦਾ ਕਹਿਆ ਹੋਇਆ, ਮੁਖ ਦਾ ਕਹਿਆ ਹੋਇਆ ਬੋਲ ਇਵੇਂ ਹੈ ਜਿਵੇਂ ਰਾਮਚੰਦਰ ਦੇ ਹੱਥ ਵਿੱਚ ਬ੍ਰਹਮ ਅਸਤਰ ਨਾਮ ਦਾ ਸ਼ਸਤਰ ਹੋਵੇ, ਜਿਹਦਾ ਵਾਰ ਕਦੇ ਵੀ ਖਾਲੀ ਨਹੀਂ ਜਾਂਦਾ। ਭਏ ਪੰਜ ਗੁਰ ਸ਼ਾਂਤ ਸਰੂਪ। ਪਹਿਲੇ ਪੰਜ ਸਤਿਗੁਰੂ ਤੁਹਾਡੇ ਤੱਕ ਜਿਹੜੇ ਹਨ ਉਹ ਸ਼ਾਂਤ ਸਰੂਪ ਰਹਿ ਕੇ ਬੜੀ ਨਿਮਰ ਭਾਵ ਦੇ ਵਿੱਚ ਭਗਤੀ ਵਿੱਚ ਜੁੜੇ ਹੋਏ ਹਨ। ਕਰ ਗੁਰ ਸਿੱਖੀ ਰੀਤ ਅਨੂਪ। ਉਹਨਾਂ ਨੇ ਗੁਰ ਸਿੱਖੀ ਦੀ ਰੀਤ ਜਿਹੜੀ ਹੈ, ਰੀਤੀ ਜਿਹੜੀ ਬੜੇ ਅਨੂਪ ਪਿਆਰ ਦੇ ਨਾਲ ਚਲਾਉਣਾ ਕੀਤੀ ਹੈ। ਜੇ ਤਰਹਿ ਸ਼ਾਂਤੀ ਉਪਦੇਸ਼। ਔਰ ਬੜੇ ਸ਼ਾਂਤ ਚਿਤ ਰਹਿ ਕੇ ਉਹਨਾਂ ਨੇ ਸੱਚ ਦਾ ਉਪਦੇਸ਼ ਸੰਸਾਰ ਨੂੰ ਦ੍ਰਿੜ ਕਰਵਾਉਣਾ ਕੀਤਾ ਹੈ। ਜੇ ਸੁਨ ਕਾਟੇ ਸਕਲ ਕਲੇਸ਼। ਇਹਨਾਂ ਦੇ ਵਡਮੁੱਲੇ ਉਪਦੇਸ਼ ਨੂੰ ਸੁਣ ਕਰਕੇ ਸੰਗਤਾਂ ਦੇ ਦੁੱਖ ਦਰਿਦਰ ਕਲੇਸ਼, ਸਾਰੇ ਸਕਲ ਕਲੇਸ਼ ਭਾਵ ਸਾਰੇ ਕਲੇਸ਼ ਕਟੇ ਜਾਂਦੇ ਹਨ। ਅਬ ਸਾਜੁਦ ਗੁਰ ਹੋਵਹਿ ਆਪ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਦੋਂ ਤਖਤ ਤੇ ਸੁਭਾਏਮਾਨ ਹੋਵਣਗੇ ਤੇ ਉਹ ਸ਼ਸਤਰਾਂ ਦੇ ਸਹਿਤ ਸੁਭਾਏਮਾਨ ਹੋਵਣਗੇ, ਵੱਡ ਯੋਧੇ ਹਨ। ਸਿੱਖ ਸਾਜੁਦ ਕਰ ਬਧੈ ਪ੍ਰਤਾਪ। ਜਦੋਂ ਸਤਿਗੁਰੂ ਦੇ ਕੋਲ ਸ਼ਸਤਰ ਹੋਵਣਗੇ, ਯੁੱਧ ਵਿੱਚ ਨਿਪੁੰਨ ਹੋਵਣਗੇ, ਸਿੱਖ ਵੀ ਫਿਰ ਉਸੇ ਰੀਤੀ ਨੂੰ ਧਾਰਨ ਕਰਨਗੇ ਤੇ ਸਿੱਖੀ ਦਾ ਪ੍ਰਤਾਪ ਬਹੁਤਾ ਵਧੇਗਾ। ਅਪਰ ਕੌਣ ਸਮਰੱਥ ਇਸ ਕਾਲ। ਔਰ ਇਉਂ ਬਚਨ ਆਖਣ ਲੱਗੇ ਭਾਈ ਗੁਰਦਾਸ ਜੀ, ਕਹਿਣ ਲੱਗੇ, ਹੇ ਮਹਾਰਾਜ ਗਰੀਬ ਨਿਵਾਜ, ਤੁਹਾਡੇ ਤੋਂ ਵੱਡਾ ਸਮਰੱਥਾਵਾਨ ਹੁਣ ਇਸ ਸਮੇਂ ਵਿੱਚ ਹੋਰ ਦੂਜਾ ਕੋਈ ਹੈ ਨਹੀਂ। ਸ਼ਬਸ਼ਿਦ ਤੁਰਕਨ ਰਾਜ ਵਿਸਾਲ। ਜਿਹੜਾ ਇਹਨਾਂ ਤੁਰਕਾਂ ਨੇ ਸਾਰੇ ਪਾਸੇ ਰਾਜ ਫੈਲਾਇਆ ਹੋਇਆ ਹੈ, ਇਸ ਰਾਜ ਨੂੰ ਬੰਨਾ ਲਾਉਣ ਵਾਲਾ ਤੁਹਾਡੇ ਤੋਂ ਸ੍ਰੇਸ਼ਟ ਕੋਈ ਨਹੀਂ ਦਿਸਦਾ। ਰਾਵਰ ਦੇ ਹੋਵੇ ਬਿਦ ਸਾਰੀ। ਮਹਾਰਾਜ ਇਹ ਕਾਰਜ ਜਿਹੜਾ ਸ੍ਰੇਸ਼ਟ ਹੈ ਤੁਹਾਡੇ ਪਾਸੋਂ ਹੀ ਹੁਣ ਹੋਵੇਗਾ। ਹਿੰਦ ਧਰਮ ਕੋ ਲਹਿ ਉਬਾਰੀ। ਹੁਣ ਇਸ ਹਿੰਦੁਸਤਾਨ ਦੀ ਧਰਤੀ ਵਿੱਚ ਜਿਹੜਾ ਇਹਨਾਂ ਤੁਰਕਾਂ ਨੇ ਦੂਜੇ ਧਰਮਾਂ ਨੂੰ ਖਤਰਾ ਪੈਦਾ ਕੀਤਾ ਹੋਇਆ ਹੈ, ਸਾਰੀ ਮਨੁੱਖਤਾ ਨੂੰ ਜਿਹੜਾ ਖਤਰਾ ਪੈਦਾ ਕੀਤਾ ਹੋਇਆ ਹੈ, ਮਾਨਵਤਾ ਦੇ ਭਲੇ ਤੋਂ ਉਲਟ ਜੋ ਵਿਹਾਰ ਚਲਾ ਰਹੇ ਨੇ, ਉਹਨੂੰ ਸਭ ਨੂੰ ਤੁਸੀਂ ਹੀ ਰੋਕ ਸਕਦੇ ਹੋ। ਇਮ ਸੁਨ ਕਰ ਸ੍ਰੀ ਅਰਜਨ ਨਾਥ। ਇਉਂ ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਬੋਲ ਜਦੋਂ ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਨਾ ਕੀਤੇ ਹਨ। ਉਠੇ ਹਰਖਲੇ ਸ੍ਰੀ ਫਲ ਹਾਥ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਰੀਅਲ ਨੂੰ, ਸ੍ਰੀ ਫਲ ਭਾਵ ਨਾਰੀਅਲ ਨੂੰ ਆਪਣੇ ਹੱਥ ਵਿੱਚ ਲੈ ਕਰਕੇ ਉੱਠੇ ਹਨ। ਕਰੀ ਪ੍ਰਦਰਸ਼ਨ ਫਿਰ ਕਰਤੀਨਾ। ਤਿੰਨ ਪ੍ਰਦਖਣਾ ਭਾਵ ਤਿੰਨ ਪ੍ਰਕਰਮਾਂ ਉਹਨਾਂ ਨੇ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਕੀਤੀਆਂ ਹਨ। ਜਗਤ ਰੀਤ ਸੁਖ ਲਖਿਓ ਪ੍ਰਬੀਨਾ। ਔਰ ਬੜੀ ਵਿਵੇਕ ਮਤ, ਬੜੀ ਸ੍ਰੇਸ਼ਟ ਬੁੱਧ ਦੇ ਜਾਣਿਆ ਹੈ ਸੰਸਾਰ ਦੀ ਰੀਤੀ ਦੇ ਅਨੁਸਾਰ। ਪੈਸੇ ਪੰਜ ਸਹਿਤ ਨਲਿਏਰ। ਤੇ 5 ਪੈਸੇ ਤੇ ਉਸ ਨਾਰੀਅਲ ਜਿਹੜਾ ਮਹਾਰਾਜ ਜੀ ਨੇ ਹੱਥ ਫੜਿਆ ਉਹਦੇ ਸਹਿਤ ਧਾਰਿਆ ਗੈ ਨਮਰੇ ਤਸਬੀਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਕਰਕੇ ਤੇ ਉਹਨਾਂ ਨੇ ਨਮਸਕਾਰ ਕਰ ਦਿੱਤੀ ਹੈ। ਕਰੀ ਸਥਾਪਨ ਆਪਣੀ ਜੋਤ। ਨਮਸਕਾਰ ਕਰਨ ਤੋਂ ਬਾਅਦ ਜਿਹੜੀ ਆਪਣੀ ਜੋਤ ਹੈ, ਜੋ ਆਪਣੀ ਮਾਣ ਤੇ ਵਡਿਆਈ ਹੈ, ਸਾਰਾ ਅਦਬ ਜੋ ਕੁਝ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਟਿਕਾਉਣਾ ਕੀਤਾ ਹੈ। ਸਭ ਗੁਰ ਕੇ ਆਏ ਜਿਮ ਹੋਤ। ਔਰ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਵੇਂ ਵੱਡੇ ਸਤਿਗੁਰਾਂ ਦੀ ਮਰਿਆਦਾ ਚੱਲੀ ਆ ਰਹੀ ਹੈ, ਉਸੇ ਪ੍ਰਕਾਰ ਹੀ ਇਸ ਮਰਿਆਦਾ ਨੂੰ ਨਿਭਾਇਆ ਹੈ।
ਜਿਵੇਂ ਆਪਾਂ ਇਤਿਹਾਸ ਤੋਂ ਵਾਕਿਫ ਹਾਂ, ਜਾਣੂ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਸੇਵਕ ਬਣ ਕੇ ਆਏ ਬਾਬਾ ਲਹਿਣਾ ਜੀ ਜਦੋਂ ਪ੍ਰੀਖਿਆ ਦੇ ਵਿੱਚੋਂ ਪਾਸ ਹੁੰਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਸੇਵਕ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰ ਗੁਰੂ ਅੰਗਦ ਬਣਾ ਕਰਕੇ ਆਪਣਾ ਰੂਪ, ਆਪਣੀ ਵਿਚਾਰ, ਆਪਣਾ ਸਾਰਾ ਤੇਜ ਪ੍ਰਕਾਸ਼ ਬਖਸ਼ ਕੇ ਤੇ ਉਪਰੰਤ ਨਮਸਕਾਰ ਵੱਡੇ ਸਤਿਗੁਰਾਂ ਦੀ ਇਸ ਮਰਿਆਦਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਿਭਾਇਆ। ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਨੂੰ ਗੁਰਤਾ ਗੱਦੀ ਦੇ ਜਿਹੜੀ ਮਰਿਆਦਾ ਸੀ ਉਹਦੇ ਅਨੁਸਾਰ ਹੀ ਨਮਸਕਾਰ ਕੀਤੀ ਹੈ। ਬੁੱਢੇ ਸਾਹਿਬ ਸੋ ਫਰਮਾਇਓ। ਤੇ ਆਪ ਨਮਸਕਾਰ ਕਰਨ ਤੋਂ ਬਾਅਦ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਇਉਂ ਆਖਣ ਲੱਗੇ ਹਨ, ਕਰਹੁ ਸੋ ਆਪ ਕਰਤ ਜਿਵੇਂ ਆਇਓ। ਆਖਣ ਲੱਗੇ ਕਿ ਜਿਵੇਂ ਆਪ ਜੀ ਪਹਿਲਾਂ ਕਰਦੇ ਆਏ ਹੋ ਨਾ, ਉਸੇ ਪ੍ਰਕਾਰ ਦੀ ਮਰਿਆਦਾ ਨੂੰ ਹੁਣ ਤੁਸੀਂ ਆਪ ਨਿਭਾਉਣਾ ਹੈ। ਸਭ ਸ਼ੁਭ ਅਧਿਕਾਰ ਕਰਨ ਕੋ ਨੀਕਾ। ਬਹੁਤ ਸ਼ੁਭ ਅਧਿਕਾਰ ਹੱਕ ਤੁਹਾਨੂੰ ਵੱਡੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਉਠੋ ਮੁਦਤ ਦੇਹੋ ਅਬ ਸੁਧ ਟੀਕਾ। ਆਖਣ ਲੱਗੇ ਪਿਆਰ ਦੇ ਸਹਿਤ ਉੱਠ ਕਰਕੇ ਤੇ ਤੁਸੀਂ ਸ੍ਰੀ ਹਰਗੋਬਿੰਦ ਜੀ ਨੂੰ ਗੁਰਿਆਈ ਦਾ ਤਿਲਕ ਦੇਣਾ ਕਰੋ। ਹੱਥ ਜੋੜ ਤਬ ਬ੍ਰਿਧ ਬਖਾਨਿਓ। ਹੱਥ ਜੋੜ ਕਰਕੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਉਂ ਬਚਨ ਆਖਣ ਲੱਗੇ ਹਨ, ਇਹ ਕਿਆ ਕੌਤਕ ਰਾਵਰ ਠਾਨਿਓ। ਆਖਣ ਲੱਗੇ ਹੇ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀ, ਤੁਸੀਂ ਇਹ ਕਿਸ ਪ੍ਰਕਾਰ ਦਾ ਕੌਤਕ ਕੀਤਾ ਹੈ। ਜਬ ਤੂੰ ਹੋਤ ਦੇਹ ਕੋ ਅੰਤ। ਜੋ ਆਪ ਜੀ ਅੱਜ ਕਰਨ ਵਾਸਤੇ ਕਹਿ ਰਹੇ ਹੋ ਨਾ, ਜਿਵੇਂ ਤੁਸੀਂ 5 ਪੈਸੇ ਤੇ ਨਾਰੀਅਲ ਰੱਖ ਕਰਕੇ ਪ੍ਰਕਰਮਾਂ ਕੀਤੀਆਂ ਹਨ, ਇਹ ਸਾਰੀ ਮਰਿਆਦਾ ਤੇ ਉਪਰੰਤ ਮੈਨੂੰ ਆਪ ਜੀ ਹੁਕਮ ਲਾ ਰਹੇ ਹੋ ਕਿ ਮੈਂ ਤਿਲਕ ਲਾਵਾਂ। ਇਹ ਸਾਰੀ ਮਰਿਆਦਾ ਜਿਹੜੀ ਹੈ ਇਹ ਤੇ ਉਦੋਂ ਕੀਤੀ ਜਾਂਦੀ ਹੈ ਜਦੋਂ ਸਰੀਰ ਦਾ, ਪਹਿਲੇ ਸਤਿਗੁਰਾਂ ਦੇ ਸਰੀਰ ਦਾ ਅੰਤ ਹੋ ਜਾਵੇ। ਤਬ ਇਸ ਵਿਦ ਕੋ ਹੋਏ ਬਿਰਤੰਤ। ਮਹਾਰਾਜ ਇਹ ਉਦੋਂ ਹੀ ਨਿਭਾਉਣਾ ਸ਼ੋਭਦਾ ਹੈ ਜਦੋਂ ਸਰੀਰ ਕਰਕੇ ਵੱਡੇ ਸਤਿਗੁਰੂ ਸੰਸਾਰ ਤੇ ਨਾ ਹੋਵਣ ਤੇ ਆਪ ਜੀ ਕਹਿ ਰਹੇ ਹੋ ਕਿ ਤੁਹਾਡੇ ਸਾਹਮਣੇ ਹੁੰਦਿਆਂ ਹੀ ਇਹ ਮਰਿਆਦਾ ਨੂੰ ਨਿਭਾ ਦਿੱਤਾ ਜਾਵੇ, ਕਿਵੇਂ ਹੋਵੇਗਾ। ਤਨ ਰਾਵਰ ਕੋ ਪਰਿ ਉਪਕਾਰੀ। ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਤਾਂ ਬਹੁਤ ਪਰਉਪਕਾਰੀ ਬਿਰਤੀ ਦੇ ਮਾਲਕ ਹੋ। ਜੰਬੂ ਦੀਪ ਦੀਪ ਅਨੁਹਾਰੀ। ਮਹਾਰਾਜ ਇਸ ਪੂਰੀ ਸ੍ਰਿਸ਼ਟੀ ਦੇ ਅੰਦਰ, ਇਸ ਪੂਰੇ ਭਾਰਤ ਵਰਸ਼ ਦੇ ਅੰਦਰ ਜਿਵੇਂ ਵੱਡੇ ਦੀਵੇ ਦਾ ਚਾਨਣ ਹੈ, ਤੁਹਾਡੇ ਕੋਲ ਇਸੇ ਪ੍ਰਕਾਰ ਦਾ ਚਾਨਣ, ਤੁਸੀਂ ਗਿਆਨ ਦੇ ਮੁਜਸਮੇ ਹੋ, ਥਾ ਸਾਗਰ ਦੇ ਗਿਆਨ ਸਾਗਰ ਨਾਲ ਭਰੇ ਹੋਏ ਹੋ ਤੇ ਤੁਹਾਡੇ ਇਸ ਗਿਆਨ ਤੋਂ ਜਿਹੜਾ ਪ੍ਰਕਾਸ਼ ਨਿਕਲਦਾ ਹੈ ਉਹ ਸਾਰੇ ਹਿੰਦੁਸਤਾਨ ਨੂੰ ਰੌਸ਼ਨ ਕਰਦਾ ਹੈ। ਜਹ ਕਹਿ ਕਰਿਓ ਪ੍ਰਕਾਸ਼ ਵਿਸਾਲਾ। ਮਹਾਰਾਜ ਜਿਹੜਾ ਵੱਡੇ ਸਤਿਗੁਰਾਂ ਜੀ ਦੀ ਸਿੱਖਿਆ ਦਾ ਪ੍ਰਕਾਸ਼ ਹੈ ਨਾ, ਉਹ ਤੁਹਾਡੇ ਰਾਹੀਂ ਦੂਰ ਦੁਰਾਡੇ ਤੱਕ, ਦੇਸ਼ਾਂ ਦੇਸ਼ਾਂਤਰਾਂ ਤੱਕ ਫੈਲ ਰਿਹਾ ਹੈ। ਮਗ ਸ਼ੁਭ ਗਮਨਿਓ ਜਗਤ ਸੁਖਾਲਾ। ਇਹ ਮਹਾਰਾਜ ਜਿਹੜੀ ਸਿੱਖਿਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ੀ, ਉਹ ਸਿੱਖਿਆ ਅੱਗੇ ਸਤਿਗੁਰਾਂ ਤੱਕ ਚੱਲਦੀ ਹੋਈ ਤੁਹਾਡੇ ਤੱਕ ਪਹੁੰਚੀ ਹੈ ਤੇ ਤੁਹਾਡੇ ਕੋਲੋਂ ਉਸ ਸਿੱਖਿਆ ਨੂੰ ਪ੍ਰਾਪਤ ਕਰਕੇ ਸੰਸਾਰ ਦੇ ਲੋਕ ਜਿਹੜੇ ਹਨ ਉਹ ਬਹੁਤ ਸੁਖ ਪ੍ਰਾਪਤ ਕਰਦੇ ਹਨ। ਦਰਸ਼ਨ ਕੀ ਸੰਗਤ ਹੈ ਪਿਆਸੀ। ਸੱਚੇ ਪਾਤਸ਼ਾਹ ਮਹਾਰਾਜ ਜੀ, ਤੁਹਾਡੇ ਦਰਸ਼ਨਾਂ ਦੀ ਬੇਬਲਤਾ ਹੈ ਸੰਗਤ ਦੇ ਅੰਦਰ, ਪਿਆਸ ਹੈ ਸੰਗਤ ਦੇ ਅੰਦਰ। ਸੰਗਤ ਸਦਾ ਹੀ ਇਹ ਗੱਲ ਚਾਹੁੰਦੀ ਹੈ, ਦੂਰ ਦੁਰੇਡੇ ਤੋਂ ਸੰਗਤ ਤੁਹਾਡੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚਦੀ ਹੈ। ਦੂਰ ਦੂਰ ਤੇ ਆਏ ਹੁਲਾਸੀ। ਮਹਾਰਾਜ ਭਾਵੇਂ ਕੋਈ ਕਿੰਨੀ ਵੀ ਦੂਰ ਕਿਉਂ ਨਾ ਬੈਠਾ ਹੋਵੇ, ਭਾਵੇਂ ਉਹਨੂੰ ਕਿੰਨਾ ਵੀ ਵਿਖਮ ਪੈਂਡਾ ਪੰਧ ਤੈਅ ਕਰਕੇ ਆਉਣਾ ਪਵੇ, ਉਹ ਆਏ ਹੁਲਾਸੀ ਚਾਹ ਦੇ ਨਾਲ ਮਹਾਰਾਜ ਤੁਹਾਡੇ ਤੱਕ ਪਹੁੰਚਦੇ ਹਨ। ਭਗਤਨ ਭੂਰ ਭਾਵਨਾ ਜਾਣ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ, ਭਗਤਾਂ ਦੀ ਭਾਵਨਾ ਨੂੰ, ਆਪਣੇ ਪਿਆਰਿਆਂ ਦੀ ਭਾਵਨਾ ਨੂੰ ਸਮਝੋ ਕਿ ਉਹ ਇਸ ਸਮੇਂ ਤੁਹਾਡੇ ਤੋਂ ਕੀ ਆਸ ਰੱਖ ਰਹੇ ਹਨ। ਆਪ ਸਰੀਰ ਧਰੋ ਜਾਗਿਆਨ। ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ, ਮਹਾਰਾਜ ਤੁਹਾਡਾ ਜੇ ਤਨ ਕਰਕੇ ਓਲਾ ਕਰ ਜਾਣਾ ਇਹ ਸਾਡੇ ਮਨ ਨੂੰ ਨਹੀਂ ਪਾਉਂਦਾ। ਅਸੀਂ ਤਾਂ ਇਹ ਚਾਹੁੰਦੇ ਆ, ਇਕੱਲਾ ਮੈਂ ਹੀ ਨਹੀਂ, ਬਾਬਾ ਜੀ ਆਖਣ ਲੱਗੇ ਮੈਂ ਹੀ ਨਹੀਂ,
ਸੰਗਤ ਵੀ ਇਹ ਗੱਲ ਚਾਹੁੰਦੀ ਹੈ ਵੀ ਰੱਜ ਰੱਜ ਕੇ ਤੁਹਾਡੇ ਦੀਦਾਰ ਕਰੀਏ ਮਹਾਰਾਜ। ਕਿੰਨੀ ਦੂਰ ਦੂਰ ਤੱਕ ਸਿੱਖੀ ਦਾ ਫੈਲਾਅ ਹੋਇਆ ਹੈ ਤੇ ਸਾਰੀ ਸੰਗਤ ਨੂੰ ਤੁਹਾਡੀ ਆਸ ਤੇ ਤੁਹਾਡਾ ਹੀ ਆਸਰਾ ਹੈ ਤੇ ਆਪ ਜੀ ਕਿਰਪਾ ਕਰੋ ਅਜੇ ਸਰੀਰ ਦੇ ਵਿੱਚ ਹੀ ਰਹਿ ਕਰਕੇ ਇਸ ਸੁੰਦਰ ਦੇਹ ਤਨ ਦੇ ਨਾਲ ਆਪ ਜੀ ਪਰਉਪਕਾਰ ਬਿਰਤੀ ਨੂੰ ਲੈ ਕਰਕੇ ਸੰਗਤਾਂ ਨੂੰ ਦੀਦਾਰੇ ਬਖਸ਼ ਕੇ ਨਿਹਾਲ ਕਰੋ। ਔਚਕ ਅਚਰਜ ਕਹਾਂ ਜਨਾਵੋ। ਮਹਾਰਾਜ ਇਹ ਜਿਹੜਾ ਔਚਕ ਭਾਵ ਅਚਾਨਕ ਹੀ ਤੁਸਾਂ ਨੇ ਕੌਤਕ ਵਰਤਾ ਦਿੱਤਾ ਹੈ, ਇਸ ਕੌਤਕ ਨੂੰ ਸਮਝਣਾ ਇਹਦੇ ਬਾਰੇ ਜਾਣਨਾ ਸਾਡੇ ਸਮਝ ਤੋਂ ਬਾਹਰਾ ਹੋ ਰਿਹਾ ਹੈ। ਥਿਰੋ ਆਪ ਸ਼ਿਵ ਦਰਸ ਦਿਖਾਵੋ। ਸੱਚੇ ਪਾਤਸ਼ਾਹ ਜੀ ਟਿਕੋ, ਥਿਰੋ ਤੋਂ ਭਾਵ ਹੈ ਮਹਾਰਾਜ ਇੱਥੇ ਟਿਕੋ ਅੰਮ੍ਰਿਤਸਰ ਸਾਹਿਬ ਟੇਕ ਕਰਕੇ ਜਿਹੜੇ ਤੁਹਾਡੇ ਸ਼ੁਭ ਦਰਸ਼ਨ ਦੀਦਾਰੇ ਹਨ, ਜਿਨ੍ਹਾਂ ਦਰਸ਼ਨਾਂ ਦੇ ਕੀਤਿਆਂ ਲੋਕਾਈ ਦੇ ਪਾਪ ਖਤਮ ਹੁੰਦੇ ਨੇ, ਜਿਨ੍ਹਾਂ ਦਰਸ਼ਨਾਂ ਦੇ ਕੀਤਿਆਂ ਮਨ ਵਿੱਚੋਂ ਈਰਖਾ ਦਵੈਸ਼ ਨਿੰਦਿਆ ਚੁਗਲੀ ਚਲੇ ਜਾਂਦੀ ਮਹਾਰਾਜ, ਜਿਨ੍ਹਾਂ ਦਰਸ਼ਨ ਦੀਦਾਰਿਆਂ ਨੂੰ ਕੀਤਿਆਂ ਮਨ ਦੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਖੁਦਾ ਦੇ ਪ੍ਰਤੀ, ਰੱਬ ਦੇ ਪ੍ਰਤੀ। ਉਹ ਪ੍ਰੇਮ ਵਾਲੇ ਦਰਸ਼ਨ ਜਿਹੜੇ ਹਨ ਉਹ ਸਾਰੀ ਸੰਗਤ ਨੂੰ ਦਿਖਾਉਣਾ ਕਰੋ। ਸਭ ਕੇ ਇਹੋ ਆਸਰਾ ਭਾਰੇ। ਫਿਰ ਬੜੇ ਪਿਆਰ ਦਾ ਬਚਨ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ, ਕਿਸੇ ਨੂੰ ਕਿਸੇ ਦਾ ਆਸਰਾ ਹੋਵੇਗਾ, ਕੋਈ ਕਿਸੇ ਰਾਜ ਭਾਗ ਵੱਲ ਵੇਂਦਾ ਹੋਵੇਗਾ, ਕੋਈ ਕਿਸੇ ਧਨ ਦੌਲਤ ਵੱਲ ਵੇਂਦਾ ਹੋਵੇਗਾ ਮਹਾਰਾਜ, ਕੋਈ ਆਪਣੇ ਧੀਆਂ ਪੁੱਤਰਾਂ ਵੱਲ ਵੇਖਦਾ ਹੋਵੇਗਾ, ਪਰ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿੱਖੀ ਦੇ ਵਿੱਚ ਪ੍ਰਣਾਏ ਹੋਏ ਗੁਰਸਿੱਖ ਨੇ ਮਹਾਰਾਜ, ਉਹ ਤੁਹਾਡਾ ਹੀ ਆਸਰਾ ਤੱਕਦੇ ਹਨ। ਚਾਹੁ ਦਿਸ਼ ਦੁਸ਼ਟ ਦੁਸ਼ਟਤਾ ਧਾਰੇ। ਸੱਚੇ ਪਾਤਸ਼ਾਹ ਮਹਾਰਾਜ ਚਾਰੇ ਦਿਸ਼ਾਵਾਂ ਦੇ ਅੰਦਰ ਭੈੜੀ ਮੱਤ ਵਾਲੇ ਲੋਕ, ਜਿਹੜੇ ਦੁਸ਼ਟ ਲੋਕ ਹਨ, ਉਹਨਾਂ ਨੇ ਬਹੁਤ ਹੀ ਭੈੜੀ ਦੁਸ਼ਟਾਂ ਵਾਲੀ ਮੱਤ ਨੂੰ ਧਾਰਨ ਕੀਤਾ ਹੋਇਆ ਹੈ ਤੇ ਉਸ ਦੁਸ਼ਟਤਾ ਦੀ ਮੱਤ ਦੇ ਉਤੋਂ ਜੇ ਕੋਈ ਸੰਸਾਰੀ ਲੋਕਾਂ ਨੂੰ ਸਾਨੂੰ ਬਚਾ ਸਕਦਾ ਹੈ ਉਹ ਕੇਵਲ ਆਪ ਹੋ। ਇਸ ਵਾਸਤੇ ਆਪ ਜੀ ਨੂੰ ਇਹ ਬੇਨਤੀ ਕਰ ਰਹੇ ਹਾਂ, ਬਣੋ ਸਹਾਇਕ ਸੰਗਤ ਕੇਰੇ। ਮਹਾਰਾਜ ਜੀ ਜਿੰਨੀ ਵੀ ਸੰਗਤ ਹੈ ਸਾਰੀ ਸੰਗਤ ਦੀ ਆਪ ਜੀ ਸਹਾਇਤਾ, ਉਹਨਾਂ ਦੇ ਸਹਾਇਕ, ਉਹਨਾਂ ਦੇ ਪੂਰਕ ਬਣ ਕੇ ਕਰਨਾ ਕਰੋ। ਸਰਬ ਪਰਿਵਾਰ ਤੁਮਹੋਂ ਦਿਸ਼ ਹੀਰੇ। ਸਤਿਗੁਰੂ ਜੀ ਸਾਰੇ ਪਰਿਵਾਰ ਜਿੰਨੀ ਵੀ ਸੰਗਤ ਹੈ ਤੁਹਾਡੀ, ਤੁਹਾਡੇ ਚਰਨਾਂ ਤੇ ਨਮਸਕਾਰ ਕਰਨ ਵਾਲੀ, ਉਹ ਸਾਰੀ ਤੁਹਾਡੇ ਵੱਲ ਹੀ ਤੱਕ ਰਹੀ ਹੈ। ਬਿਗੜਿਓ ਸ਼ਾਹ ਚੰਦ ਕੇ ਕਹੇ। ਸੱਚੇ ਪਾਤਸ਼ਾਹ ਮਹਾਰਾਜ ਅਸੀਂ ਇਹ ਜਾਣਦੇ ਹਾਂ ਕਿ ਜਿਹੜਾ ਇਹ ਅਹਿਦੀਏ ਦੇ ਹੱਥ ਪਰਵਾਨਾ ਆਇਆ ਹੈ, ਜਿਹਦੇ ਵਿੱਚ ਇਹ ਲਿਖਿਆ ਸੀ ਵੀ 2 ਲੱਖ ਰੁਪਈਆ ਸਰਕਾਰੀ ਖਜ਼ਾਨੇ ਵਿੱਚ ਭੇਜਣਾ ਕਰੋ, ਇਹ ਬਾਦਸ਼ਾਹ ਨੇ ਕਿਹਦੇ ਕਹਿਣ ਤੇ ਲਿਖਿਆ? ਆਖਣ ਲੱਗੇ ਚੰਦੂ ਦੇ ਕਹਿਣ ਦੇ ਉੱਤੇ ਸਾਰਾ ਬਿਰਤਾਂਤ ਵਾਪਰਿਆ ਹੈ। ਸਭ ਵਿਦ ਕੇ ਤੁਮ ਜਾਣਦੇ ਆਹੇ। ਮਹਾਰਾਜ ਤੁਹਾਨੂੰ ਦੱਸਣ ਦਾ ਕੀ, ਤੁਸੀਂ ਤਾਂ ਸਾਰਾ ਕੁਝ ਆਪ ਜਾਣਦੇ ਹੋ, ਤੁਹਾਡੇ ਤੋਂ ਕੁਝ ਵੀ ਲੁਕਿਆ ਛਿਪਿਆ ਹੋਇਆ ਨਹੀਂ ਹੈ। ਸੁਨ ਕਰ ਸ੍ਰੀ ਅਰਜੁਨ ਗੁਰ ਕਹਿਓ। ਇਸ ਪ੍ਰਕਾਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਦੀ ਬੇਬਲਤਾ ਦੇ ਬਚਨ ਆਪਣੇ ਮੁਖਾਰਬਿੰਦ ਤੋਂ ਸਤਿਗੁਰਾਂ ਦੇ ਸਨਮੁਖ ਅਰਜ ਕੀਤੇ ਨੇ, ਸਾਰੇ ਬਚਨਾਂ ਨੂੰ, ਸਾਰੀ ਵਿਥਿਆ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਨ ਤੋਂ ਬਾਅਦ ਪਾਵਨ ਮੁਖਾਰਬਿੰਦ ਤੋਂ ਇਉਂ ਬਚਨ ਉਚਾਰਨ ਕੀਤਾ ਹੈ। ਅੰਤ ਸਮਾਹਮ ਆਪਣੋ ਲਹਿਓ। ਆਖਣ ਲੱਗੇ ਬਾਬਾ ਬੁੱਢਾ ਸਾਹਿਬ ਜੀ, ਸਾਡਾ ਅੰਤ ਦਾ ਵੇਲਾ ਹੁਣ ਨਜ਼ਦੀਕ ਆ ਚੁੱਕਿਆ, ਅਸੀਂ ਇਸ ਗੱਲ ਨੂੰ, ਇਸ ਬਿਰਤਾਂਤ ਨੂੰ, ਇਸ ਵਿਥਿਆ ਨੂੰ ਜਾਣ ਲਿਆ ਹੈ। ਤਿਆਗਣ ਮੈਂ ਕਾਰਨ ਹੈ ਘਣੇ। ਆਖਣ ਲੱਗੇ ਇਸ ਸਰੀਰ ਨੂੰ ਤਿਆਗਣ ਦੇ ਤੁਸੀਂ ਇਹ ਗੱਲ ਆਖਦੇ ਹੋ ਕਿ ਸੰਗਤ ਦਾ ਆਸਰਾ ਬਣੋ, ਇੱਥੇ ਟਿਕ ਜਾਵੋ। ਨਹੀਂ ਬਾਬਾ ਬੁੱਢਾ ਸਾਹਿਬ ਜੀ, ਇਸ ਸਰੀਰ ਨੂੰ ਤਿਆਗਣ ਦੇ ਅਨੇਕਾਂ ਕਾਰਨ, ਘਣੇ ਤੋਂ ਭਾਵ ਬਹੁਤੇ ਕਾਰਨ ਹਨ। ਗਏ ਲਾਹੌਰ ਸਰਬ ਹੀ ਬਣੇ। ਔਰ ਜਦੋਂ ਅਸੀਂ ਲਾਹੌਰ ਜਾਵਾਂਗੇ ਨਾ ਤੇ ਸਾਰੇ ਕਾਰਨ ਫਿਰ ਉੱਥੇ ਬਣ ਜਾਵਣਗੇ। ਚਤੁਰਨ ਕਰਤੇ ਛੁਟਨ ਸਰੀਰ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ, ਜਿਹੜੇ ਵੈਰੀ ਬਣੇ ਹੋਏ ਹਨ, ਭਾਵ ਚੰਦੂ, ਬਾਦਸ਼ਾਹ ਜਹਾਂਗੀਰ ਜਾਂ ਹੋਰ ਉਸ ਬਿਰਤੀ ਦੇ ਮਾਲਕ, ਉਹਨਾਂ ਦੇ ਕਰਕੇ ਨਹੀਂ, ਉਹਨਾਂ ਦੇ ਇਹ ਸਰੀਰ ਤਾਂ ਤਜ ਦੇਣਾ ਹੈ, ਛੱਡ ਦੇਣਾ ਹੈ, ਪਰ ਇਸ ਸਰੀਰ ਨੂੰ ਛੁੱਟਣ ਦਾ ਜਿਹੜਾ ਸਾਰਾ ਦੋਸ਼ ਹੈ, ਪਲਟੋ ਹੈ ਹਰ ਗੋਬਿੰਦ ਧੀਰ। ਉਹ ਦੋਸ਼ ਉਹਨਾਂ ਲੋਕਾਂ ਦੇ ਸਿਰ ਆਵੇਗਾ ਤੇ ਸਾਡੇ ਤੋਂ ਬਾਅਦ ਪਰਤ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਵੱਡੇ ਧੀਰ ਜਵਾਨ ਬਲਸ਼ਾਲੀ ਯੋਧੇ ਹਨ, ਸਭ ਸੰਗਤ ਕੋ ਗੁਰ ਇਹ ਭਾਰੀ। ਸਤਿਗੁਰਾਂ ਨੇ ਆਖਿਆ ਵੀ ਸਾਰੀ ਸੰਗਤ ਦੇ ਲਈ ਉਪਦੇਸ਼ ਹੈ
ਭਾਰੀ ਸਤਿਗੁਰੂ ਪਰ ਉਪਕਾਰੀ ਸਤਿਗੁਰੂ ਹੋਵਣਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਹੋਏ ਸਹਾਇਕ ਪਰ ਉਪਕਾਰੀ। ਬਾਬਾ ਬੁੱਢਾ ਸਾਹਿਬ ਜੀ, ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਤੇ ਕੋਈ ਤੌਖਲਾ ਨਾ ਮਨ ਵਿੱਚ ਲੈ ਕੇ ਆਵੋ। ਸੰਗਤ ਦੀ ਸਹਾਇਤਾ ਦੀ ਬਾਤ ਕਰਦੇ ਹੋ ਕਿ ਅਸੀਂ ਸੰਗਤ ਦੀ ਸਹਾਇਤਾ ਕਰੀਏ। ਸਾਡੇ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਦੇ ਸਹਾਇਕ ਹੋਣਗੇ ਤੇ ਪਰ ਉਪਕਾਰਤਾ ਵਾਲੀ ਬਿਰਤੀ ਰੱਖ ਕਰਕੇ ਉਹ ਸੰਗਤ ਦੀ ਸਹਾਇਤਾ ਕਰਨਗੇ। ਕਾਜ ਸੁਧਾਰਾਂਗੇ ਇਹ ਘਣੋ। ਆਖਣ ਲੱਗੇ ਸਾਡੇ ਤੋਂ ਬਾਅਦ ਅਨੇਕਾਂ ਬਹੁਤੇ ਕਾਜ ਜਿਹੜੇ ਨੇ ਉਹਨਾਂ ਦੇ ਸੁਧਾਰ ਹਿਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਰਜ ਕਰਨਗੇ। ਧਰਿਓ ਸਰੀਰ ਵੀਰ ਰਸ ਮਨੋ। ਵੀਰ ਰਸ ਦੀ ਮੂਰਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਬਲਤਾ ਦੇ ਨਾਲ ਸਰੀਰ ਅੰਦਰ ਵੀਰ ਰਸ ਨੂੰ ਧਾਰਨ ਕੀਤਾ ਹੈ। ਹਮ ਤਜ ਹੈ ਤੁਰਕਣ ਸਿਰ ਹੋਏ। ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਅਸੀਂ ਸਰੀਰ ਦਾ ਤਿਆਗ ਕਰ ਦੇਣਾ ਹੈ ਤੇ ਤੁਰਕਾਂ ਦੇ ਸਿਰ ਇਹ ਦੋਸ਼ ਜਾਵੇਗਾ। ਬਿਨ ਕੋ ਤੇਜ ਕਰਹਿ ਸ਼ੈ ਜੋਏ। ਜਿਹੜੇ ਆਪਣੇ ਆਪ ਨੂੰ ਬੜੇ ਬਲਸ਼ਾਲੀ ਬੜੇ ਤੇਜਵਾਨ ਅਖਵਾਉਂਦੇ ਨੇ ਕਿ ਸਾਡਾ ਤਪ ਤੇਜ ਪ੍ਰਤਾਪ ਬੜਾ ਹੈ, ਸਾਡੇ ਕੋਲ ਬਹੁਤ ਵਡਿਆਈ, ਸਾਹਿਬ ਆਖਣ ਲੱਗੇ ਉਹ ਸਾਰਾ ਤੇਜ ਜਿਹੜਾ ਹੈ ਉਹ ਖਤਮ ਹੋ ਜਾਵੇਗਾ। ਸ੍ਰੀ ਨਾਨਕ ਕੀ ਬਖਸ਼ਿਸ਼ ਭਾਰੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਅਸੀਮ ਬਖਸ਼ਿਸ਼ਾਂ ਅਸਾਂ ਪ੍ਰਾਪਤ ਕੀਤੀਆਂ ਹਨ। ਸਿਰ ਦੇ ਕਰ ਛੀਨਹਿ ਹਮ ਸਾਰੇ। ਉਸੇ ਬਖਸ਼ਿਸ਼ ਦੇ ਸਦਕਾ ਹੀ ਅਸੀਂ ਆਪਣੇ ਸੀਸ ਦੀ ਕੁਰਬਾਨੀ ਦੇ ਕਰਕੇ ਤੇ ਇਹਨਾਂ ਤੁਰਕਾਂ ਦੇ ਵਿੱਚ ਜੋ ਤੇਜ ਤਪ ਵਰਤ ਰਿਹਾ, ਜੋ ਇਹ ਆਪਣਾ ਪ੍ਰਤਾਪ ਵਧਾ ਰਹੇ ਨੇ, ਉਸ ਤੇਜ ਨੂੰ ਉਸ ਪ੍ਰਤਾਪ ਨੂੰ ਅਸੀਂ ਸਾਰੇ ਨੂੰ ਖੋ ਲਵਾਂਗੇ। ਅਪਰ ਉਪਾਉ ਲੀਨ ਕੋ ਨਾਹੀ। ਆਖਣ ਲੱਗੇ ਸਾਡੀ ਸ਼ਹਾਦਤ ਤੋਂ ਬਿਨਾ, ਸੀਸ ਦਿੱਤੇ ਤੋਂ ਬਿਨਾ ਹੋਰ ਦੂਜਾ ਕੋਈ ਉਪਾਅ ਨਹੀਂ ਬਣ ਆਵੇਗਾ। ਜਿਸ ਤੇ ਤੁਰਕ ਤੇਜ ਬਿਨ ਸਾਹੀ। ਹੋਰ ਕੋਈ ਇਦਾਂ ਦਾ ਉਪਾਅ ਹੈ ਹੀ ਨਹੀਂ ਜਿਹਦੇ ਨਾਲ ਇਹਨਾਂ ਤੁਰਕਾਂ ਦਾ ਪ੍ਰਭਾਵ ਘਟ ਕੀਤਾ ਜਾ ਸਕੇ। ਅਪਰ ਸਕਲ ਕਾਰਜ ਬਨ ਰਹੇ। ਔਰ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਸਾਰੇ ਕਾਜ ਵਿਧੀਵਤ ਤਰੀਕੇ ਦੇ ਨਾਲ ਬਣ ਕੇ ਆ ਰਹੇ ਹਨ। ਵਿਗਨ ਕਰ ਸਕ ਹੈ ਲਹੇ। ਇਹਦੇ ਵਿੱਚ ਕੋਈ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਹੀਂ ਪਾ ਸਕਦਾ, ਕੋਈ ਰੁਕਾਵਟ ਨਹੀਂ ਪਵੇਗੀ। ਦੀਨ ਦੁਨੀ ਕੋ ਰਾਜ ਵਿਸਾਲਾ। ਪਰ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਜਿਹੜਾ ਵਿਸ਼ਾਲ ਦੀਨ ਤੇ ਦੁਨੀਆ ਦਾ ਰਾਜ ਵਡੇਰਾ ਰਾਜ ਹੈ ਜੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤਾ ਹੋਇਆ ਹੈ। ਸ੍ਰੀ ਸਤਿਗੁਰ ਕੇ ਘਰ ਸਭ ਕਾਲਾ। ਉਹ ਰਾਜ ਸਤਿਗੁਰੂ ਜੀ ਦੇ ਘਰ ਅੰਦਰ ਸदैव ਹੀ ਟਿਕਿਆ ਹੋਇਆ ਹੈ। ਪਰਮੇਸ਼ਵਰ ਕੀ ਬਖਸ਼ਿਸ਼ ਮਹਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਵੱਡੀ ਬਖਸ਼ਿਸ਼ ਕੌਣ ਮਿਟਾਏ ਸਕੈ ਬਲ ਕਹਾਂ। ਉਸ ਵਡੇਰੀ ਬਖਸ਼ਿਸ਼ ਨੂੰ ਕੋਈ ਸੰਸਾਰ ਦਾ ਰਾਜਾ, ਕੋਈ ਚੌਧਰੀ, ਕੋਈ ਸਿਕਦਾਰ ਖਤਮ ਨਹੀਂ ਕਰ ਸਕਦਾ ਆਪਣੇ ਬਲ ਦੇ ਦੁਆਰਾ। ਕਿਸੇ ਵਿੱਚ ਇੰਨਾ ਬਲ ਨਹੀਂ ਹੈ ਕਿ ਕੋਈ ਸਾਨੂੰ ਕਿਸੇ ਤਰ੍ਹਾਂ ਨੀਵਾਂ ਦਿਖਾ ਸਕੇ। ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਨ ਦੁਨੀ ਦਾ ਅਚਲ ਰਾਜ ਉਹ ਸਤਿਗੁਰੂ ਦੇ ਘਰ ਵਿੱਚ ਸਦਾ ਟਿਕਿਆ ਹੋਇਆ ਹੈ। ਹੋਏ ਪ੍ਰਸੰਨ ਸ੍ਰੀ ਨਾਨਕ ਦੀਨ। ਔਰ ਇਹ ਵਡਿਆਈ ਅਚਲ ਰਾਜ ਵਾਲੀ ਜਿਹੜੀ ਹੈ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਸੰਨਤਾ ਦੇ ਸਹਿਤ ਸਾਡੇ ਤੱਕ ਬਖਸ਼ਿਸ਼ ਕੀਤੀ ਹੈ। ਤਿਨ ਝੂਠੇ ਕਰ ਲੇ ਹਮਸ਼ੀਨ। ਪਰ ਜਿਹੜੇ ਲੋਕ ਝੂਠੇ ਨੇ, ਜਿਹੜੇ ਦੁਸ਼ਟਤਾ ਦੀ ਭਾਵ ਵਿਰਤੀ ਨੂੰ ਧਾਰਨ ਕਰ ਚੁੱਕੇ ਨੇ, ਜਿਨ੍ਹਾਂ ਨੇ ਇਨਸਾਨੀਅਤ ਦੀਆਂ ਕਦਰੋ ਕੀਮਤਾਂ ਨੂੰ ਛੱਡ ਦਿੱਤਾ ਹੈ, ਸਾਹਿਬ ਆਖਣ ਲੱਗੇ ਉਹਨਾਂ ਦੇ ਕੋਲੋਂ ਉਹਨਾਂ ਦਾ ਰਾਜ ਭਾਗ ਖੁੱਸ ਜਾਵੇਗਾ। ਇਤਿਆਦਿਕ ਸਤਿਗੁਰ ਸਮਝਾਏ। ਇਸ ਪ੍ਰਕਾਰ ਬਹੁਤ ਵੱਡੀ ਸਿੱਖਿਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਸ੍ਰੀ ਕੋਠਾ ਸਾਹਿਬ ਵਾਲੇ ਅਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਮਝਾਉਣਾ ਕੀਤੀ ਹੈ। ਨਿਜ ਗਾਦੀ ਪਰ ਪੁੱਤਰ ਬਿਠਾਏ। ਫਿਰ ਚੱਲ ਕਰਕੇ ਆਪਣੇ ਨਿਜ ਆਸਣ ਦੇ ਉੱਤੇ ਆਪਣੇ ਸੁਪੁੱਤਰ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਿਠਾ ਦਿੱਤਾ ਹੈ। ਦੋਹਰਾ ਸਾਹਿਬ ਬੁੱਢੇ ਨਿਕਟ ਤੇ ਕੁੰਕਮ ਮਲੇ ਕਸਾਏ। ਹੁਣ ਜਦੋਂ ਮਹਾਰਾਜ ਸਾਹਿਬ ਜੀ ਨੇ ਹਰ ਪ੍ਰਕਾਰ ਕਰਕੇ ਬਾਬਾ ਬੁੱਢਾ ਜੀ ਦੇ ਮਨ ਦੇ ਵਲਵਲਿਆਂ ਦਾ ਉੱਤਰ ਦੇ ਦਿੱਤਾ ਹੈ ਤੇ ਜਿਹੜਾ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਤੁਹਾਨੂੰ ਜੋ ਬਾਬਾ ਜੀ ਅਧਿਕਾਰ ਦਿੱਤਾ ਗਿਆ ਹੈ ਉਸ ਨੀਕੇ ਚੰਗੇ ਤੇ ਸ਼ੁਭ ਅਧਿਕਾਰ ਦੀ ਵਰਤੋਂ ਕਰੋ। ਉਸੇ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਫਿਰ ਨਿਕਟ ਲਿਆ ਕਰਕੇ ਚੰਦਨ ਤੇ ਕੁੰਕਮ ਕੇਸਰ ਨੂੰ ਜਿਹੜਾ ਹੈ ਉਹ ਇੱਕ ਦੂਜੇ ਦੇ ਵਿੱਚ ਘਸਾ ਕੇ ਮਿਲਾਉਣਾ ਕੀਤਾ ਹੈ। ਸੋਢੀ ਕੁਲ ਕੇ ਤਿਲਕ ਕੈ ਦੀਨੋ ਤਿਲਕ ਕਰਾਏ। ਸੋਢੀ ਕੁਲ ਦੇ ਤਿਲਕ ਸਤਿਗੁਰੂ ਗੁਰੂ
ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਆਪਣੇ ਪਾਵਨ ਹਸਤਾਂ ਦੇ ਨਾਲ ਬਖਸ਼ਿਸ਼ ਕਰਦੇ ਹਨ। ਚਾਉ ਪਈ ਰਾਖੋ ਗੋਪ ਨਹੀਂ ਬਿਦਤਾਵੋ। ਤੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਇਹ ਸਾਰੀ ਕਿਰਿਆ ਤੋਂ ਬਾਅਦ ਬਾਬਾ ਬੁੱਢਾ ਜੀ ਨੂੰ ਆਖਣ ਲੱਗੇ ਕਿ ਜੋ ਇਹ ਕਿਰਿਆ ਨਿਭਾਈ ਇਹਨੂੰ ਗੁਪਤ ਨਹੀਂ ਰੱਖਣਾ ਹੈ, ਇਹਨੂੰ ਸਾਰੀ ਸੰਗਤ ਦੇ ਵਿੱਚ ਆਸੇ ਪਾਸੇ ਬਿਦਤਾਵੋ ਭਾਵ ਦੱਸਣਾ ਕਰੋ। ਸਭ ਸੰਗਤ ਕੋ ਸੀਖ ਸਿਖਾਵੋ। ਇਹ ਬਾਬਾ ਬੁੱਢਾ ਸਾਹਿਬ ਜੀ ਸਾਰੀ ਸੰਗਤ ਨੂੰ ਇਹ ਸ੍ਰੇਸ਼ਟ ਸਿੱਖਿਆ ਦੇਣਾ ਕਰੋ। ਮਮ ਸਰੂਪ ਸ੍ਰੀ ਹਰਗੋਬਿੰਦ। ਸੰਗਤ ਨੂੰ ਕੀ ਬਚਨ ਕਹਿਣਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡਾ ਹੀ ਰੂਪ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਰੂਪ ਹਨ। ਜੋ ਜਾਣੈ ਸੋ ਲਹੈ ਆਨੰਦ। ਤੇ ਉਹਨਾਂ ਨੂੰ ਸਾਡਾ ਰੂਪ ਜਾਣਨ ਦੇ ਵਿੱਚ ਕਿਸੇ ਨੇ ਰੰਚਕ ਮਾਤਰ ਵੀ ਸ਼ੱਕ ਤੇ ਸ਼ੁਭਾ ਨਹੀਂ, ਸ਼ੰਕਾ ਨਹੀਂ ਕਰਨਾ। ਜਿਹੜੇ ਸਤ ਕਰਕੇ ਜਾਣਨਗੇ ਉਹ ਪਰਮ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੋਵਣਗੇ। ਹਮ ਬੀਸ਼ੈ ਦੀਜੈ ਦਸਤਾਰ। ਤੇ ਨਾਲ ਇਹ ਬਚਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ, ਜਦੋਂ ਅਸੀਂ ਲਾਹੌਰ ਚਲੇ ਜਾਵਾਂਗੇ ਸਰੀਰ ਦਾ ਠੀਕਰਾ ਅਸੀਂ ਤੁਰਕਾਂ ਦੇ ਸਿਰ ਭੰਨ ਦੇਵਾਂਗੇ। ਉਪਰੰਤ ਜਿਹੜੀ ਦਸਤਾਰ ਬੰਦੀ ਦੀ ਰਸਮ ਹੈ ਉਸ ਰਸਮ ਨੂੰ ਤੁਸਾਂ ਨੇ ਨਿਭਾਉਣਾ ਹੈ। ਸਭ ਵਿਦੇ ਕਰੋ ਮੰਗਲਾਚਾਰ। ਤੇ ਉਹ ਰਸਮ ਨਿਭਾਉਣੀ ਕਿਵੇਂ ਆ? ਕਿਸੇ ਸੋਗ ਵਿੱਚ ਆ ਕੇ ਨਹੀਂ ਨਿਭਾਉਣੀ। ਇਹ ਨਹੀਂ ਵੀ ਤੁਸਾਂ ਨੇ ਕਿ ਸਾਰੀ ਸੰਗਤ ਨੇ ਜਾਂ ਤੁਸਾਂ ਮੁਖੀ ਸਿੱਖਾਂ ਨੇ ਕਿਸੇ ਸੋਗ ਵਿੱਚ ਚਲੇ ਜਾਣਾ ਹੈ। ਨਹੀਂ, ਸਾਹਿਬ ਕਹਿੰਦੇ ਸ਼ਹਾਦਤ ਦੀ ਅਵਧੀ ਨੂੰ ਪ੍ਰਾਪਤ ਕਰਨਾ ਹੈ ਤੇ ਤੁਸੀਂ ਪਰਮ ਆਨੰਦ ਵਿੱਚ ਹਰਖ ਤੇ ਸੋਗ ਤੋਂ ਨਿਆਰੇ ਰਹਿ ਕਰਕੇ ਮਰਿਆਦਾ ਨਿਭਾਉਣੀ ਹੈ। ਸਰਬ ਮਸੰਦ ਸੰਗਤਾਂ ਸਾਰੀ। ਆਖਣ ਲੱਗੇ ਵੀ ਜਿੰਨੇ ਵੀ ਮਸੰਦ ਹਨ, ਜਿੱਥੇ ਜਿੱਥੇ ਜਿਸ ਜਿਸ ਜਗ੍ਹਾ ਦੇ ਉੱਤੇ ਵੀ ਮਸੰਦ ਹਨ ਤੇ ਸੰਗਤਾਂ ਹਨ, ਲਿਖੋ ਹੁਕਮ ਸਭ ਲਿਖੋ ਹਕਾਰੀ। ਉਹਨਾਂ ਸਾਰੀਆਂ ਸੰਗਤਾਂ ਨੂੰ, ਉਹਨਾਂ ਮਸੰਦਾਂ ਨੂੰ ਹੁਕਮਨਾਮੇ ਲਿਖੋ। ਹੁਕਮਨਾਮੇ ਦੇ ਵਿੱਚ ਇਹ ਬਚਨ ਲਿਖੋ ਕਿ ਤੁਸੀਂ ਸਾਰੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਕਰੋ। ਉਹਨਾਂ ਨੂੰ ਇੱਥੇ ਬੁਲਾ ਲੇਵੋ। ਚੌਂ ਦਿਸ਼ ਕੋ ਹੋਏ ਮੇਲ ਵਿਸਾਲਾ। ਚਾਰੇ ਦਿਸ਼ਾਵਾਂ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸਦੀਆਂ ਹਨ ਉਹਨਾਂ ਸਾਰੀਆਂ ਸੰਗਤਾਂ ਨੂੰ ਇੱਥੇ ਅੰਮ੍ਰਿਤਸਰ ਇਕੱਠਿਆਂ ਕਰੋ। ਤਖਤ ਬਿਠਾਵੋ ਤੁਮ ਤਿਸ ਕਾਲਾ। ਜਦੋਂ ਚਾਰੇ ਪਾਸਿਆਂ ਤੋਂ ਸੰਗਤ ਜਿਹੜੀ ਹੈ ਉਹ ਇਕੱਤਰ ਹੋ ਕੇ ਅੰਮ੍ਰਿਤਸਰ ਆ ਪਹੁੰਚੇ, ਫਿਰ ਉਸ ਸਮੇਂ ਗੁਰਤਾ ਗੱਦੀ ਦੇ ਤਖਤ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਿਠਾਉਣਾ ਕਰੋ। ਨਿਜ ਸਹਾਇਤਾ ਚਾਹੇ ਨਾ ਧਰੈ। ਔਰ ਇਹ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਪਰਥਾਏ ਉਚਾਰੇ। ਆਖਿਆ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਰੱਖਣਾ ਕਿ ਸੰਗਤ ਕਿਉਂ ਇਕੱਠੀ ਕਰਨੀ ਹੈ, ਕੀ ਕਾਰਨ ਹੈ ਵੀ ਸਾਰੇ ਮਸੰਦ ਵੀ ਇਕੱਠੇ ਕਰ ਲੈਣੇ। ਇਹਦਾ ਭਾਵ ਬਾਬਾ ਬੁੱਢਾ ਜੀ ਇਹ ਨਹੀਂ ਜਾਣਨਾ ਕਿ ਅਸੀਂ ਇਉਂ ਕਹਿ ਰਹੇ ਹਾਂ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਸੇ ਸਹਾਇਤਾ ਦੀ ਆਸ ਨਾਲ ਜਾਂ ਅਸਾਂ ਕਿਸੇ ਸਹਾਇਤਾ ਦੀ ਆਸ ਨਾਲ ਕਿਹਾ। ਨਹੀਂ ਭਾਈ, ਨਿਜ ਸਹਾਇਤਾ ਚਾਹੇ ਨਾ ਧਰੇ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਹਾਇਤਾ ਨਹੀਂ ਹੈ। ਨਿਜ ਸਹਾਇਤਾ ਚਾਹੇ ਨਾ ਧਰੈ। ਅਪਰਨ ਕੀ ਸਹਾਏ ਕਰੈ। ਸਗੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਏਡੇ ਪ੍ਰਭਾਵਸ਼ਾਲੀ ਬਲਸ਼ਾਲੀ ਸਤਿਗੁਰੂ ਨੇ। ਏਡਾ ਵੱਡਾ ਇਹਨਾਂ ਦੇ ਅੰਦਰ ਤਾਣ ਹੈ, ਏਡੀ ਬਖਸ਼ਿਸ਼ ਇਹਨਾਂ ਦੇ ਕੋਲ ਹੈ ਕਿ ਇਹ ਤੇ ਅਪਰਨ ਭਾਵ ਦੂਜਿਆਂ ਦੀ ਸਹਾਇਤਾ ਕਰਨ ਵਾਲੇ ਹਨ। ਇਮ ਕਹੈ ਪਰਮ ਪ੍ਰੇਮ ਕੋ ਕਰਮਾ ਨਾ। ਇਸ ਪ੍ਰਕਾਰ ਇਹ ਬਚਨ ਕਹਿ ਕੇ ਬੜੇ ਪ੍ਰੇਮ ਦੇ ਨਾਲ, ਮਨ ਦੇ ਅੰਦਰ ਬੜਾ ਪਿਆਰ ਤੇ ਚਾਉ, ਬਹੁਤ ਆਨੰਦ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਬਚਨਾਂ ਨੂੰ ਕਰ ਰਹੇ ਹਨ। ਸਿੱਖਿਆ ਦੇਤ ਭਏ ਸ੍ਰੀ ਅਰਜਨ। ਇਹ ਸ੍ਰੇਸ਼ਟ ਸਿੱਖਿਆ ਦੇ ਬਚਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਣਾਉਣਾ ਕੀਤੇ ਹਨ। ਅਹੰ ਬ੍ਰਹਮ ਇਹ ਬ੍ਰਿਤ ਔਰ ਧਰਨੀ। ਔਰ ਇੱਕ ਬਚਨ ਹੋਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੁਖਾਤਿਬ ਹੋ ਕੇ ਆਖਿਆ, ਅਹੰ ਬ੍ਰਹਮ ਇਹ ਬ੍ਰਿਤ ਔਰ ਧਰਨੀ, ਕਿ ਤੁਸੀਂ ਖੁਦ ਖੁਦਾ ਦਾ ਰੂਪ ਹੋ। ਇਹਦੇ ਵਿੱਚ ਕੋਈ ਵੀ ਸ਼ੱਕ ਸ਼ੁਬਾ ਨਹੀਂ ਹੈ। ਖੁਦ ਅਕਾਲ ਪੁਰਖ ਸਰੂਪ ਹੋ, ਪਰ ਤੁਸਾਂ ਨੇ ਇਹ ਗੱਲ, ਇਹ ਵਿਚਾਰ ਹਿਰਦੇ ਵਿੱਚ ਰੱਖਣੀ ਹੈ। ਭਾਵ ਇਹਦਾ ਮਨ ਦੇ ਉੱਪਰ ਜਾਂ ਸਰੀਰ ਦੇ ਉੱਪਰ ਜਾਂ ਬੋਲ ਵਾਕ ਦੇ ਉੱਪਰ, ਬਚਨਾਂ ਉੱਪਰ ਕੋਈ ਪ੍ਰਭਾਵ ਨਹੀਂ ਆਉਣਾ ਚਾਹੀਦਾ। ਭਾਵੇਂ ਕਿ ਆਪਾਂ ਬਾਣੀ ਅੰਦਰ ਇਹ ਬਚਨ ਪੜ੍ਹਦੇ ਹਾਂ, ਗੁਰ ਪਰਮੇਸ਼ਰ ਏਕੋ ਜਾਣ, ਇਹਦੇ ਵਿੱਚ ਕੋਈ ਸ਼ੱਕ ਨਹੀਂ ਸੰਗਤ ਜੀ, ਗੁਰੂ ਤੇ ਰੱਬ ਵਿੱਚ ਭੇਦ ਕੋਈ ਨਹੀਂ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸਾਹਿਬਜ਼ਾਦੇ ਜੀ ਨੂੰ ਇਹ ਸਿੱਖਿਆ ਦੇ ਰਹੇ ਨੇ
ਕਿ ਤੁਸਾਂ ਨੇ ਇਹ ਗੱਲ ਮਨ ਦੇ ਅੰਦਰ ਹੀ ਰੱਖਣੀ ਹੈ ਵਹਿਰ ਕਿਰਿਆ ਭਗਤਨ ਕੀ ਕਰਨੀ। ਔਰ ਨਾਲ ਇਹ ਵੀ ਦੱਸ ਦਿੱਤਾ ਵੀ ਬਾਹਰਲੇ ਪਾਸੇ ਭਾਵ ਸੰਸਾਰ ਵਿੱਚ ਸੰਗਤਾਂ ਵਿੱਚ ਕਿਸ ਪ੍ਰਕਾਰ ਵਿਚਰਨਾ ਹੈ। ਉਹ ਭਗਤਾਂ ਦੇ ਵਾਂਗ ਪਿਆਰ ਦੇ ਸਹਿਤ ਸ਼ਰਧਾ ਸਤਕਾਰ ਦੇ ਸਹਿਤ ਵਿਚਰਨਾ ਹੈ। ਇਹ ਉਪਦੇਸ਼ ਆਦ ਗੁਰ ਘਰ ਕੋ। ਇਹ ਉਪਦੇਸ਼ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦਾ ਜਿਹੜਾ ਮੁੱਢ ਤੋਂ ਪ੍ਰਾਪਤ ਹੋਇਆ ਹੈ। ਇਹੋ ਆਪ ਨਿਤ ਸ਼ਰਧਾ ਧਰ ਕੋ। ਤੇ ਇਸੇ ਹੀ ਉਪਦੇਸ਼ ਨੂੰ ਤੁਸੀਂ ਸ਼ਰਧਾ ਦੇ ਸਹਿਤ ਸਵੀਕਾਰ ਕਰਨਾ ਹੈ। ਸ੍ਰੀ ਨਾਨਕ ਕੋ ਆਛਾ ਮਹਾ। ਇਹ ਆਸ਼ਾ ਇਹ ਵਿਚਾਰ ਇਹ ਸਿੱਖਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਗੁਰੂ ਅੰਗਦ ਸੰਗ ਜੈਸੇ ਕਹਾ। ਇਹੀ ਸਿੱਖਿਆ ਉਹਨਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦੱਸਣਾ ਕੀਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅੱਗਿਓਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹ ਸਿੱਖਿਆ ਦਿੱਤੀ। ਅੱਗੇ ਚੱਲ ਕੇ ਇਸੇ ਸਿੱਖਿਆ ਨੂੰ ਗੁਰੂ ਰਾਮਦਾਸ ਸਤਿਗੁਰੂ ਸੋਢੀ ਸੁਲਤਾਨ ਜੀ ਨੇ ਧਾਰਨ ਕੀਤਾ ਤੇ ਉਹਨਾਂ ਦੇ ਪਾਸੋਂ ਇਹ ਸ੍ਰੇਸ਼ਟ ਸਿੱਖਿਆ ਅਸੀਂ ਧਾਰਨ ਕਰਕੇ ਅੱਜ ਤੁਹਾਡੇ ਤਾਈਂ ਦੱਸ ਰਹੇ ਹਾਂ। ਅਜਰ ਜਰਨ ਧੀਰਜ ਉਰ ਧਰਨੀ। ਸਿੱਖਿਆ ਕੀ ਆਖਣ ਲੱਗੇ? ਅਜਰ ਜਰਨ ਧੀਰਜ ਉਰ ਧਰਨੀ। ਜਿਹੜਾ ਨਾ ਜਰਿਆ ਜਾਣ ਵਾਲਾ ਹੋਵੇ ਉਹਨੂੰ ਵੀ ਜਰਨਾ ਹੈ, ਧੀਰਜ ਧਰਨਾ ਹੈ। ਭਾਵ ਬੜੇ ਸਹਿਜ ਦੇ ਵਿੱਚ ਨਾ ਜਰੇ ਜਾਣ ਵਾਲੇ ਨੂੰ ਵੀ ਜਰ ਜਾਣਾ ਹੈ। ਅਜਮਤ ਬਿਦਤ ਨ ਕਾਹੂ ਕਰਨੀ। ਤੇ ਕਿਸੇ ਪ੍ਰਕਾਰ ਦੀ ਕਰਾਮਾਤ ਸੰਸਾਰ ਵਿੱਚ ਪ੍ਰਗਟ ਨਹੀਂ ਕਰਨੀ ਹੈ। ਰਾਮਚੰਦ ਸ੍ਰੀ ਕ੍ਰਿਸ਼ਨ ਮਹਾਨੇ। ਫਿਰ ਦ੍ਰਿਸ਼ਟਾਂਤ ਦੇ ਕੇ ਆਖਣ ਲੱਗੇ ਜਿਵੇਂ ਰਾਮਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਬੜੇ ਮਹਾਨ ਸਤਿਪੁਰਖ ਹੋਏ ਹਨ। ਬਲ ਕਰ ਰਣ ਆਦਿਕ ਬਿਦ ਠਾਨੇ। ਉਹਨਾਂ ਨੇ ਬੜੇ ਯੁੱਧ ਕੀਤੇ, ਬੜੇ ਬਲ ਦੇ ਸਹਿਤ ਉਹਨਾਂ ਨੇ ਜਾਂਗਾਂ ਯੁੱਧਾਂ ਨੂੰ ਕਰਨਾ ਕੀਤਾ ਹੈ। ਸ਼ਕਤ ਕਰ ਕਹੂੰ ਦਿਖਾਈ। ਉਹਨਾਂ ਨੇ ਜੰਗ ਯੁੱਧਾਂ ਦੇ ਅੰਦਰ ਕੋਈ ਸ਼ਕਤੀ ਨਹੀਂ ਕਰਾਮਾਤ ਨਹੀਂ ਵਿਖਾਈ। ਸਹੀ ਸਰਬ ਹੀ ਜਿਮ ਬਣ ਆਈ। ਕੀਤਾ ਉਹ ਹੈ ਜੋ ਸਹੀ ਬਣਦਾ ਸੀ। ਕੋਈ ਵੀ ਅਕਾਲ ਪੁਰਖ ਦੇ ਨਿਯਮ ਤੋਂ ਉਲਟ ਕਾਰਜ ਨਹੀਂ ਕੀਤਾ। ਇਸੇ ਪ੍ਰਕਾਰ ਆਪ ਮਤ ਧਰੋ। ਇਸੇ ਪ੍ਰਕਾਰ ਆਪ ਜੀ ਨੂੰ ਅਸੀਂ ਸਿੱਖਿਆ ਦੇ ਰਹੇ ਹਾਂ ਕਿ ਤੁਸਾਂ ਨੇ ਸ੍ਰੇਸ਼ਟ ਮਤ ਨੂੰ ਧਰਨਾ, ਭਾਣੇ ਹੁਕਮ ਰਜ਼ਾ ਅਕਾਲ ਪੁਰਖ ਦੇ ਵਿੱਚ ਰਹਿਣਾ ਹੈ। ਨਹੀਂ ਬਿਦਤ ਅਜਮਤ ਕਿਤ ਕਰੋ। ਕਿਸੇ ਵੀ ਪ੍ਰਕਾਰ ਤੁਸੀਂ ਕਰਾਮਾਤ ਨੂੰ ਨਹੀਂ ਵਰਤਣਾ। ਪੁਰਸ਼ੋਤਮ ਜੇ ਕਰ ਦਿਖਰਾਈ। ਜੇ ਸਤਿਪੁਰਖਾਂ ਨੇ ਸੰਸਾਰ ਦੇ ਅੰਦਰ ਕੁਝ ਸੰਸਾਰ ਨੂੰ ਵੱਖਰਾ ਕਰਕੇ ਵੀ ਦਿਖਾਇਆ ਹੈ ਹਿਤ ਮਰਜਾਦ ਕੈ ਜਨਨ ਸਹਾਈ। ਤੇ ਉਹ ਮਰਿਆਦਾ ਵਿੱਚ ਰਹਿ ਕਰਕੇ ਹੀ ਉਹਨਾਂ ਆਪਣੇ ਪਿਆਰਿਆਂ ਦੀ ਭਗਤਾਂ ਦੀ ਸਹਾਇਤਾ ਕੀਤੀ ਹੈ। ਬਿਨਾ ਕਰੀ ਬਿਗੜੀ ਜਹ ਬਾਤਾ। ਜਿੱਥੇ ਬਿਨਾ ਕਹੇ ਤੋਂ ਕੋਈ ਬਾਤ ਵਿਗੜ ਜਾਵੇ ਤਹਾਂ ਕਰਤ ਹੈ ਨਿਤ ਚਿਤ ਸ਼ਾਂਤ। ਉਥੇ ਆਪਣੇ ਚਿੱਤ ਨੂੰ ਮਨੁਏ ਨੂੰ ਜਿਹੜਾ ਹੈ ਉਹ ਸ਼ਾਂਤ ਵਿੱਚ ਅਵਸਥਾ ਦੇ ਵਿੱਚ ਰੱਖਣਾ ਹੈ। ਜਾਮ ਜਾਮਨੀ ਕਰੋ ਇਸ਼ਨਾਨ। ਫਿਰ ਬੜਾ ਪਿਆਰ ਦਾ ਬਚਨ ਆਖਿਆ, ਜਾਮ ਜਾਮਨੀ ਕਰੋ ਇਸ਼ਨਾਨ। ਭਾਵ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨਾ ਹੈ। ਸੁਣੋ ਕੀਰਤਨ ਪ੍ਰਭ ਨਿਰਵਾਣ। ਇਸ਼ਨਾਨ ਕਰਨ ਤੋਂ ਬਾਅਦ ਪ੍ਰਭੂ ਦੀ ਕੀਰਤੀ ਵਡਿਆਈ ਨੂੰ ਗਾਉਣਾ ਤੇ ਕਰਨਾ ਹੈ। ਉਹ ਕੀਰਤੀ ਨਿਰਵਾਣ ਹੋ ਕਰਕੇ ਭਾਵ ਕਿਸੇ ਵੀ ਮਨ ਦੇ ਅੰਦਰ ਇੱਛਾ ਤੋਂ ਰਹਿਤ ਹੋ ਕਰਕੇ ਕਰਨੀ ਸੁਣਨੀ ਹੈ। ਜਗਤ ਅਨਿਤ ਆਤਮਾ ਸਾਚੂ। ਤੇ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਇਹ ਜਗਤ ਚਲਾਇਮਾਨ ਹੈ, ਸਰੀਰ ਚੱਲਣ ਹਾਰਾ ਹੈ, ਆਤਮਾ ਸੱਚੀ ਤੇ ਥਿਰ ਹੈ। ਇਮ ਲਖ ਸਤ ਸੰਗਤ ਚਿਤ ਰਾਚੋ। ਇਸ ਪ੍ਰਕਾਰ ਦੀ ਸਿੱਖਿਆ ਤੇ ਬਿਰਤੀ ਨੂੰ ਧਾਰਨ ਕਰਕੇ ਸਤ ਸੰਗਤ ਦੇ ਅੰਦਰ ਚਿੱਤ ਨੂੰ ਜੋੜਨਾ ਹੈ। ਪਾਏ ਪੁੱਤਰ ਕੋ ਗੁਰੂ ਬਹਾਨਾ। ਹੁਣ ਇਹ ਬਚਨ ਸਤਿਗੁਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਆਖੇ ਨੇ, ਪਰ ਸਾਰੀ ਸੰਗਤ ਦੇ ਲਈ ਵੀ ਇਹ ਬਚਨ ਉਸੇ ਪ੍ਰਕਾਰ ਹੀ ਨਿਭਾਉਣ ਯੋਗ ਹਨ। ਸੰਗਤ ਕੋ ਉਪਦੇਸ਼ ਬਖਾਨਾ। ਭਾਵੇਂ ਕਿ ਆਪਣੇ ਪੁੱਤਰ ਨੂੰ ਹੀ ਕਹੇ ਹਨ, ਪਰ ਸਾਰੀ ਸੰਗਤ ਦੇ ਵਾਸਤੇ ਇਹ ਉਪਦੇਸ਼ ਜਿਹੜਾ ਹੈ ਉਹ ਦ੍ਰਿੜਤਾ ਦੇ ਨਾਲ ਕਮਾਉਣ ਦੇ ਯੋਗ ਹੈ। ਸ੍ਰੀ ਹਰਿਗੋਬਿੰਦ ਸੁਨ ਕਰ ਧੀਰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਦੇਵ ਪਿਤਾ ਵੱਡੇ ਸਤਿਗੁਰਾਂ ਦੇ ਪਾਸੋਂ ਬੜੇ ਧੀਰਜ ਦੇ ਸਹਿਤ ਇਹਨਾਂ ਬਚਨਾਂ ਨੂੰ ਸੁਣਨਾ ਕੀਤਾ ਹੈ। ਕਮਲ ਬਲੋਚਨ ਮੋਚਿਓ ਨੀਰ। ਜਿਨ੍ਹਾਂ ਦੇ ਬਹੁਤ ਕੌਲ ਫੁੱਲਾਂ ਜੇ ਸੋਹਣੇ ਨੇਤਰ ਹਨ ਉਹਨਾਂ ਨੂੰ ਮੁੰਦ ਲਿਆ, ਬੰਦ ਕਰ ਲਏ ਹਨ। ਕਾਰਨ ਕਰਨੇ ਆਪ ਤੁਮ ਸਾਰੇ। ਨੇਤਰਾਂ ਵਿੱਚ ਵੈਰਾਗ ਦਾ ਜਲ ਭਰ ਕੇ ਬਚਨ ਆਖਿਆ, ਮਹਾਰਾਜ ਤੁਸੀਂ ਸਾਰੇ ਕਾਰਨ ਤੇ ਸ੍ਰਿਸ਼ਟੀ ਦੇ ਕਰਤਾ ਹੋ। ਅਸਮੰਜਸ ਹਮ ਸਮੁਖ ਉਚਾਰੇ। ਇਹ ਜਿਹੜੇ ਤੁਸਾਂ
ਬਚਨ ਸਾਡੇ ਸਨਮੁਖ ਉਚਾਰੇ ਹਨ। ਇਮ ਕਹਿ ਨਮਰ ਗਰੀਬ ਕਰ ਥਿਰੇ। ਸੱਚੇ ਪਾਤਸ਼ਾਹ ਜੀ, ਜਿਹੜੀ ਤੁਸਾਂ ਨੇ ਸਾਨੂੰ ਸਿੱਖਿਆ ਦ੍ਰਿੜ ਕਰਵਾਈ ਹੈ, ਉਸ ਸਿੱਖਿਆ ਨੂੰ ਸਤਿਗੁਰੂ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀ ਨਿਮਰਤਾ ਦੇ ਨਾਲ ਸੁਣਨਾ ਕੀਤਾ ਹੈ। ਧੀ ਸਰਬੱਗ ਜਾਣ ਚੁੱਪ ਕਰੇ। ਔਰ ਧੀਰਜ ਨੂੰ ਧਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਗੁਰੂ ਅਰਜਨ ਦੇਵ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੁੱਪ ਕਰਕੇ ਬੈਠੇ ਹੋਏ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਲਾਹੌਰ ਤੁਰਨ ਤੋਂ ਪਹਿਲਾਂ ਇਹ ਸ੍ਰੇਸ਼ਟ ਸਿੱਖਿਆ ਆਪਣੇ ਸਾਹਿਬਜ਼ਾਦੇ ਨੂੰ ਬਖਸ਼ਿਸ਼ ਕੀਤੀ। ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ ਔਰ ਨਾਲ ਹੀ ਸੰਗਤ ਦੇ ਪਰਥਾਏ ਵੀ ਇਹ ਉਪਦੇਸ਼ ਸੰਗਤ ਜੀ ਦ੍ਰਿੜ ਕਰਵਾਇਆ ਕਿ ਕਿਸ ਪ੍ਰਕਾਰ ਸਰੀਰ ਨੂੰ ਚਲਾਏਮਾਨ ਜਾਣਦਿਆਂ ਹੋਇਆਂ ਆਪਾਂ ਨੇ ਨਿਰੰਕਾਰ ਵਾਹਿਗੁਰੂ ਜੀ ਦੀ ਦਿੱਤੀ ਹੋਈ ਆਤਮਾ ਨੂੰ ਸਤ ਸਰੂਪ ਜਾਣਨਾ ਹੈ, ਅੰਮ੍ਰਿਤ ਵੇਲਾ ਸੰਭਾਲਣਾ ਹੈ, ਨਿਤਨੇਮ ਵਿੱਚ ਜੁੜਨਾ ਹੈ। ਇਹ ਵੱਡ ਉਪਦੇਸ਼ ਸਾਨੂੰ ਸਤਿਗੁਰਾਂ ਨੇ ਅੱਜ ਦੇ ਇਸ ਪ੍ਰਸੰਗ ਵਿੱਚ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹਨਾਂ ਗੁਰਬਚਨਾਂ ਉੱਪਰ ਸਾਡਾ ਭਰੋਸਾ ਬਣ ਆਵੇ ਤੇ ਅਸੀਂ ਆਪਣੇ ਜੀਵਨ ਦੇ ਵਾਸਤੇ ਕੁਝ ਚੰਗੇਰਾ ਗੁਰੂ ਬਚਨਾਂ ਵਿੱਚੋਂ ਸਿੱਖ ਕੇ ਗ੍ਰਹਿਣ ਕਰਕੇ ਇਸ ਸਥਾਨ ਤੋਂ ਉੱਠ ਕੇ ਜਾਈਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਬਖਸ਼ਿਸ਼ ਕੀਤੀ, ਆਪ ਸੰਗਤਾਂ ਨਾਲ ਵਿਚਾਰ ਦੀ ਸਾਂਝ ਪਾ ਸਕੇ ਆ। ਆਪ ਸੰਗਤਾਂ ਦਾ ਧੰਨਵਾਦ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਅਦਬੋ ਸਤਿਕਾਰ ਸਹਿਤ ਆਓ ਆਖਰੀ ਪੰਕਤੀਆਂ ਪੜ੍ਹ ਕੇ ਉਪਰੰਤ ਫਤਿਹ ਬੁਲਾਈਏ ਜੀ। ਕਾਰਨ ਕਰਨ ਆਪ ਤੁਮ ਸਾਰੇ, ਅਸਮੰਜਸ ਹਮ ਸਮੁਖ ਉਚਾਰੇ। ਇਮ ਕਹਿ ਨਮਰ ਗਰੀਬ ਕਰ ਥਿਰੇ, ਧੀਰ ਸਰਬੱਗ ਜਾਣ ਚੁੱਪ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जिसे जगाए पे आए हर रस, अकथ कथा तिन जानी। आओ सरवण करिए गुरसिੱਖੀ ਦੇ ਇਤਿਹਾਸ ਨੂੰ ਕਥਾ ਵਿਚਾਰ ਰਾਹੀਂ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਹਰ ਕੀਆਂ ਕਥਾ ਕਹਾਣੀਆਂ ਰੋਜ਼ਾਨਾ ਸ਼ਾਮ 4 ਵਜੇ ਸਿਰਫ PTC ਸਿਮਰਨ ਤੇ। ਸੂਰਬੀਰਾਂ ਦੀਆਂ ਬਾਰਾਂ, ਬੀਰਤਾ ਦੀ ਗਾਥਾ।